च तैनू जे चैन नहीं लगदा, दुनिया च तैनू जे चैन नहीं लगदा। यीशु कोल आवीं ते चंगा है, दुनिया च तैनू जे चैन नहीं लगदा। पापा दे हनेरियां च किथे लंघा जाना है, उच्चे नीवें थावां विच खेडे पिया खाना है। पापा दे हनेरियां च किथे लंघा जाना है, उच्चे नीवें थावां विच खेडे पिया खाना है। तेरा जेड़ा पार चुके तैनू नहीं लगदा, तेरा जेड़ा पार चुके तैनू नहीं लगदा। यीशु कोल आवें ते चंगा है, दुनिया च तैनू जे चैन नहीं लगदा। प्रेज द लॉर्ड एवरीवन। मैं पास्टर कुलभूषण जौहर एशियन चर्च ऑफ क्राइस्ट वैंकूवर BC ਤੋਂ ਪ੍ਰੋਗਰਾਮ ਨਵੀਂ ਜ਼ਿੰਦਗੀ ਦੇ ਵੱਲ ਦੇ ਵਿੱਚ ਤੁਹਾਡਾ ਸਾਰਿਆਂ ਦਾ ਬਹੁਤ-ਬਹੁਤ ਸਵਾਗਤ ਕਰਦਾ ਹਾਂ। ਮੈਂ ਉਮੀਦ ਕਰਦਾ ਤੁਸੀਂ ਸਾਰੇ ਚੰਗੇ ਹੋਵੋਗੇ, ਤੰਦਰੁਸਤ ਹੋਵੋਗੇ ਤੇ ਪਰਮੇਸ਼ਰ ਦੇ ਕਲਾਮ ਦੇ ਵਿੱਚ ਵਧ ਰਹੇ ਹੋਵੋਗੇ। ਆਓ ਅਸੀਂ ਹਰ ਵਾਰ ਦੀ ਤਰ੍ਹਾਂ ਪਰਮੇਸ਼ਰ ਦੇ ਵਚਨ ਨੂੰ ਸੁਣਨ ਤੋਂ ਪਹਿਲਾਂ, ਕਲਾਮ ਦੇ ਵਿੱਚ ਜਾਣ ਤੋਂ ਪਹਿਲਾਂ ਆਪਣੀਆਂ ਅੱਖਾਂ ਨੂੰ ਬੰਦ ਕਰੀਏ, ਅਸੀਂ ਪ੍ਰਾਰਥਨਾ ਕਰੀਏ। ਸਰਵ ਸ਼ਕਤੀਮਾਨ ਪਰਮੇਸ਼ਰ ਯੀਸ਼ੂ ਮਸੀਹ ਨਾਸਰੀ, ਧੰਨਵਾਦ ਕਰਦੇ ਹਾਂ ਤੁਹਾਡਾ, ਤੁਸੀਂ ਇੱਕ ਵਾਰ ਫਿਰ ਤੋਂ ਮੌਕਾ ਦਿੱਤਾ ਤੁਹਾਡੀ ਹਜ਼ੂਰੀ 'ਚ ਬੈਠ ਸਕੀਏ, ਤੁਹਾਡੇ ਕਲਾਮ ਨੂੰ ਸੁਣ ਸਕੀਏ, ਬਚਨਾਂ ਨੂੰ ਪੜ੍ਹ ਸਕੀਏ। ਖੁਦਾਵੰਦ ਅੱਜ ਜਦੋਂ ਇਹ ਕਲਾਮ ਅਸੀਂ ਸੁਣੀਏ, ਜਦੋਂ ਅਸੀਂ ਇਹਦੇ ਉੱਤੇ ਮੈਡੀਟੇਟ ਕਰੀਏ, ਇਹ ਵਚਨ ਸਾਡੀ ਜ਼ਿੰਦਗੀ 'ਤੇ ਕੰਮ ਕਰਨ ਤੇ ਸਾਡੀ ਜ਼ਿੰਦਗੀ ਸੇਮ ਨਾ ਰਹੇ। ਮਹਾਨ ਪਰਮੇਸ਼ਰ ਤੁਸੀਂ ਸਾਡੇ ਸਭ ਦੀ ਮਦਦ ਕਰਨਾ, ਸਹਾਇਤਾ ਕਰਨਾ, ਦਇਆ ਕਰਨਾ। ਤੇਰੇ ਵਚਨ ਦੇ ਉੱਤੇ ਤੁਹਾਡੀ ਦਇਆ, ਤੁਹਾਡੀ ਆਸ਼ੀਸ਼ ਮੰਗਦੇ ਹਾਂ ਯੀਸ਼ੂ ਮਸੀਹ ਦੇ ਸਾਮਰਥੀ ਨਾਮ ਦੇ ਵਿੱਚ ਅਸੀਂ ਮੰਗਦੇ ਹਾਂ। ਆਮੀਨ, ਆਮੀਨ, ਹਾਲੇਲੂਇਆ। ਤੁਸੀਂ ਵੀ ਬੋਲ ਸਕਦੇ ਹੋ ਆਮੀਨ। ਆਮੀਨ ਦਾ ਮਤਲਬ ਜੋ ਕੁਛ ਅਸੀਂ ਮੰਗਿਆ ਪ੍ਰਭੂ ਯੀਸ਼ੂ ਮਸੀਹ ਨੂੰ ਉਸੇ ਤਰ੍ਹਾਂ ਰਿਲੀਜ਼ ਕਰਨ। ਤੇ ਵਿੱਚ ਜਦੋਂ ਮੈਂ ਹਾਲੇਲੂਇਆ ਵਰਡ ਦਾ ਇਸਤੇਮਾਲ ਕਰਦਾ ਕਈ ਵਾਰ ਤਾਂ ਸ਼ਾਇਦ ਕੋਈ ਮੇਰਾ ਭੈਣ ਭਰਾ ਇਹਦਾ ਮਤਲਬ ਨਾ ਜਾਣਦਾ ਹੋਵੇ, ਤਾਂ ਮੈਂ ਤੁਹਾਨੂੰ ਦੱਸਣਾ ਚਾਹੁੰਦਾ ਹਾਲੇਲੂਇਆ ਦਾ ਮਤਲਬ ਹੈ ਅਸਮਾਨ ਤੇ ਪ੍ਰਭੂ ਯੀਸ਼ੂ ਮਸੀਹ ਦੇ ਨਾਮ ਦੀ ਵਡਿਆਈ ਹੋਵੇ। ਹਾਲੇਲੂਇਆ। ਸੋ ਮੈਂ ਤੁਹਾਡਾ ਸਾਰਿਆਂ ਦਾ ਬਹੁਤ-ਬਹੁਤ ਸਵਾਗਤ ਕਰਦਾ ਪ੍ਰਭੂ ਯੀਸ਼ੂ ਮਸੀਹ ਦੀ ਹਜ਼ੂਰੀ ਦੇ ਵਿੱਚ। ਅੱਜ ਮੈਂ ਤੁਹਾਨੂੰ ਇੱਕ ਅਜਿਹੇ ਟੌਪਿਕ ਦੇ ਵਿੱਚ ਲੈ ਕੇ ਜਾਣਾ ਚਾਹੁੰਦਾ ਜਿਹਦੀ ਲੋੜ ਹਰ ਇੱਕ ਨੂੰ ਇਸ ਟਾਈਮ ਤੇ ਹੈ। ਹਰ ਇੱਕ ਜਨ ਇਸ ਟੌਪਿਕ ਦੇ ਬਾਰੇ ਅੱਜ ਜਦੋਂ ਸੁਣੇਗਾ ਉਹ ਆਪਣੀ ਲਾਈਫ ਦੇ ਵਿੱਚ ਆਪਣੇ ਆਪ ਨੂੰ ਇੱਕ ਨਵੇਂ ਲੈਵਲ ਤੇ ਫੀਲ ਕਰੇਗਾ। ਮੈਂ ਇਸ ਗੱਲ ਨੂੰ ਜਾਣਦਾ ਹਾਂ, ਮੈਂ ਇਸ ਗੱਲ ਨੂੰ ਸਮਝਦਾ ਹਾਂ ਕਿ ਪਰਮੇਸ਼ਰ ਦਾ ਵਚਨ ਸਾਡੇ ਸਾਰਿਆਂ ਦੇ ਨਾਲ ਗੱਲ ਕਰਦਾ। ਕਿਉਂਕਿ ਉਹ ਜੀਵਿਤ ਵਚਨ ਹੈ। ਸੋ ਅੱਜ ਦਾ ਕਲਾਮ ਤੁਹਾਨੂੰ ਨਵੀਂ ਜ਼ਿੰਦਗੀ ਦੇ ਵੱਲ ਲੈ ਕੇ ਜਾਏਗਾ। ਆਓ ਅਸੀਂ ਪਰਮੇਸ਼ਰ ਦੇ ਕਲਾਮ ਦੇ ਵਿੱਚੋਂ ਇੱਕ ਹਿੱਸੇ ਨੂੰ ਪੜ੍ਹਦੇ ਹਾਂ ਜੋ ਸਾਨੂੰ ਮਿਲਦਾ ਉਤਪਤੀ ਦੀ ਕਿਤਾਬ, ਉਹਦਾ 2 ਅਧਿਆਏ ਤੇ ਉਹਦੀ 18 ਆਇਤ ਤੋਂ ਮੈਂ ਤੁਹਾਡੇ ਲਈ ਪੜ੍ਹਾਂਗਾ। ਇੱਥੇ ਲਿਖਿਆ, ਪ੍ਰਭੂ ਪਰਮੇਸ਼ਰ ਨੇ ਕਿਹਾ, ਇਹ ਚੰਗਾ ਨਹੀਂ ਹੈ ਕਿ ਆਦਮੀ ਇਕੱਲਾ ਰਹੇ, ਮੈਂ ਉਸ ਦੇ ਲਈ ਇੱਕ ਸਾਥੀ ਬਣਾਵਾਂਗਾ ਜੋ ਠੀਕ ਉਸੇ ਦੀ ਤਰ੍ਹਾਂ ਹੋਵੇਗਾ। ਪ੍ਰਭੂ ਪਰਮੇਸ਼ਰ ਨੇ ਮਿੱਟੀ ਤੋਂ ਸਭ ਜੰਗਲੀ ਜਾਨਵਰ ਅਤੇ ਆਕਾਸ਼ ਦੇ ਪੰਛੀ ਰਚੇ। ਉਹ ਉਹਨਾਂ ਸਭ ਨੂੰ ਆਦਮ ਕੋਲ ਲੈ ਗਿਆ ਤੇ ਆਖਿਆ, ਦੇਖੋ ਕਿ ਉਹਨਾਂ ਦੇ ਕੀ ਨਾਂ ਰੱਖਦਾ ਹੈ। ਸੋ ਜੋ ਉਹ ਕਹਿ ਕੇ ਆਦਮੀ ਨੇ ਹਰ ਪ੍ਰਾਣੀ ਨੂੰ ਸੱਦਿਆ, ਉਹੀ ਉਸ ਪ੍ਰਾਣੀ ਦਾ ਨਾਮ ਹੋ ਗਿਆ। ਇਸ ਤਰ੍ਹਾਂ ਆਦਮੀ ਨੇ ਹਰ ਘਰੇਲੂ ਪਸ਼ੂ, ਹਵਾ ਦੇ ਪੰਛੀ ਅਤੇ ਜੰਗਲੀ ਜਾਨਵਰਾਂ ਦਾ ਨਾਂ ਰੱਖਿਆ, ਪਰ ਉਹਨਾਂ ਵਿੱਚੋਂ ਉਸ ਦੇ ਆਪਣੇ ਲਈ ਕੋਈ ਸਾਥੀ ਨਹੀਂ ਸੀ। ਪ੍ਰਭੂ ਪਰਮੇਸ਼ਰ ਨੇ ਆਦਮੀ ਨੂੰ ਗੂੜੀ ਨੀਂਦ ਵਿੱਚ ਪਾ ਦਿੱਤਾ। ਜਦੋਂ ਆਦਮੀ ਸੌਂ ਗਿਆ ਤਾਂ ਪਰਮੇਸ਼ਰ ਨੇ ਉਸ ਦੀ ਪਸਲੀ ਵਿੱਚੋਂ ਇੱਕ ਪਸਲੀ ਨੂੰ ਕੱਢ ਲਿਆ ਤੇ ਉਸ ਪਸਲੀ ਦੀ ਥਾਂ ਤੇ ਮਾंस ਭਰ ਦਿੱਤਾ। ਪਰਮੇਸ਼ਰ ਨੇ ਉਸ ਪਸਲੀ ਤੋਂ ਔਰਤ ਬਣਾਈ ਅਤੇ ਉਸ ਨੂੰ ਉਹ ਆਦਮੀ ਦੇ ਕੋਲ ਲੈ ਗਿਆ। ਇਸ ਤੋਂ ਆਦਮੀ ਨੇ ਕਿਹਾ, ਇਹ ਮੇਰੀ ਆਪਣੀ ਹੱਡੀ ਹੈ, ਮੇਰਾ ਆਪਣਾ ਮਾंस ਹੈ, ਇਹ ਨਰ ਵਿੱਚੋਂ ਨਿਕਲੀ ਹੈ, ਇਸ ਲਈ ਇਹਦਾ ਨਾਮ ਨਾਰੀ ਹੋਵੇਗਾ।
ਹਾਲੇਲੂਇਆ। ਬਾਈਬਲ ਦੱਸਦੀ ਹੈ ਪਰਮੇਸ਼ਵਰ ਨੇ ਆਦਮ ਨੂੰ ਸਿਰਫ ਇਕੱਲੇ ਆਦਮ ਨੂੰ ਬਣਾਇਆ ਸੀ। ਮਿੱਟੀ ਲੈ ਕੇ ਪਰਮੇਸ਼ਵਰ ਨੇ ਉਹਨੂੰ ਆਦਮ ਦੀ ਸ਼ੇਪ ਦੇ ਕੇ ਉਹਦੇ ਵਿੱਚ ਆਪਣੇ ਸਾਹ ਨੂੰ ਫੂਕਿਆ, ਉਹਦੇ ਨਥਨਿਆਂ ਦੇ ਵਿੱਚ ਆਪਣੇ ਸਾਹ ਨੂੰ ਦੇ ਕੇ ਉਹਨੇ ਆਦਮ ਨੂੰ ਬਣਾਇਆ। ਪਰਮੇਸ਼ਵਰ ਨੇ ਆਦਮ ਤੇ ਹਵਾ ਨੂੰ ਪਹਿਲਾਂ ਨਹੀਂ ਬਣਾਇਆ। ਬਾਈਬਲ ਕਹਿੰਦੀ ਉਹਨੇ ਸਿਰਫ ਆਦਮ ਨੂੰ ਬਣਾਇਆ। ਪਰ ਕਿਉਂ ਇਹ ਜ਼ਰੂਰਤ ਪਈ ਕਿ ਪਰਮੇਸ਼ਵਰ ਨੇ ਹਵਾ ਨੂੰ ਬਣਾਇਆ? ਕਿਉਂ ਪਰਮੇਸ਼ਵਰ ਨੇ ਉਹਨੂੰ ਹਵਾ ਨੂੰ ਬਣਾ ਕੇ ਦਿੱਤਾ? ਅਸੀਂ ਉਹਦੇ ਜੇ ਪਿੱਛੇ ਜਾਵਾਂਗੇ 15 ਆਇਤ ਦੇ ਵਿੱਚ ਲਿਖਿਆ, ਪ੍ਰਭੂ ਪਰਮੇਸ਼ਵਰ ਨੇ ਆਦਮੀ ਨੂੰ ਲੈ ਕੇ ਅਦਨ ਦੇ ਬਾਗ ਵਿੱਚ ਰੱਖ ਦਿੱਤਾ ਕਿ ਉਹ ਉਸ ਦੀ ਬਾਗਬਾਨੀ ਕਰੇ ਅਤੇ ਰਾਖੀ ਕਰੇ। ਬਾਈਬਲ ਕਹਿੰਦੀ ਹੈ ਜਦੋਂ ਪਰਮੇਸ਼ਵਰ ਨੇ ਆਦਮ ਨੂੰ ਬਣਾਇਆ, ਉਹਨੇ ਆਪਣੇ ਬਾਗ ਦੇ ਵਿੱਚ ਉਹਨੂੰ ਰੱਖ ਦਿੱਤਾ ਤਾਂ ਕਿ ਉੱਥੇ ਉਹ ਕੰਮ ਕਰੇ, ਤਾਂ ਕਿ ਉਹਦੀ ਰਾਖੀ ਕਰੇ, ਉਸ ਜਗ੍ਹਾ ਤੇ ਉਹ ਰਵੇ। ਪਰਮੇਸ਼ਵਰ ਨੇ ਆਦਮ ਨੂੰ ਬਣਾ ਕੇ ਸਭ ਚੀਜ਼ਾਂ ਦੇ ਉੱਤੇ ਅਧਿਕਾਰ ਦਿੱਤਾ, ਪਰ ਉਹਦੇ ਬਾਵਜੂਦ ਵੀ ਆਦਮ ਉਸ ਜਗ੍ਹਾ ਤੇ ਸਿਰਫ ਇੰਜੋਏ ਨਹੀਂ ਕਰ ਰਿਹਾ ਸੀ, ਫ੍ਰੀ ਨਹੀਂ ਬੈਠਾ ਸੀ। ਆਦਮ ਉਸ ਜਗ੍ਹਾ ਤੇ ਕੰਮ ਕਰ ਰਿਹਾ ਸੀ। ਜਦੋਂ ਆਦਮ ਕੰਮ ਕਰ ਰਿਹਾ ਸੀ, ਪਰਮੇਸ਼ਵਰ ਦੀ ਉਸ ਬਾਗਬਾਨੀ ਦੀ ਰਾਖੀ ਕਰ ਰਿਹਾ ਸੀ, ਬਾਈਬਲ ਕਹਿੰਦੀ ਪਰਮੇਸ਼ਵਰ ਨੇ ਦੇਖਿਆ ਤੇ ਦੇਖ ਕੇ ਕੀ ਕਿਹਾ? ਆਦਮ ਦਾ ਇਕੱਲਾ ਰਹਿਣਾ ਚੰਗਾ ਨਹੀਂ। ਆਦਮ ਦੇ ਲਈ ਪਰਮੇਸ਼ਵਰ ਨੇ ਹਵਾ ਨੂੰ, ਇੱਕ ਸਹਾਇਕ ਨੂੰ, ਇੱਕ ਕੰਫਰਟਰ ਨੂੰ ਦਿੱਤਾ। ਬਾਈਬਲ ਕਹਿੰਦੀ ਜਦੋਂ ਇਕੱਲਾ ਕੰਮ ਕਰ ਰਿਹਾ ਸੀ, ਸ਼ਾਇਦ ਪਰਮੇਸ਼ਵਰ ਨੇ ਦੇਖਿਆ ਹੋਵੇਗਾ ਕਿ ਉਹ ਬੜਾ ਸ਼ਾਇਦ ਇਕੱਲੇ ਹੋਣ ਕਰਕੇ ਉਹ ਲੋਨਲੀ ਫੀਲ ਕਰ ਰਿਹਾ, ਜਾਂ ਉਹ ਆਪਣੇ ਕੰਮ ਦੇ ਵਿੱਚ ਸਿਰਫ ਲੱਗਿਆ ਪਿਆ। ਪਰਮੇਸ਼ਵਰ ਨੇ ਉਹਨੂੰ ਇੱਕ ਕੰਫਰਟਰ ਦੇਣ ਦੇ ਲਈ ਹਵਾ ਨੂੰ ਉਹਦੀ ਲਾਈਫ ਦੇ ਵਿੱਚ ਦਿੱਤਾ। ਉਹਦੀ ਹੀ ਪਸਲੀ ਨੂੰ ਕੱਢ ਕੇ ਉਹਦੇ ਲਈ ਇੱਕ ਕੰਫਰਟਰ ਬਣਾਇਆ ਗਿਆ। ਕਿਉਂ ਉਹਨੇ ਬਣਾਇਆ ਉਸ ਕੰਫਰਟਰ ਨੂੰ? ਤਾਂ ਕਿ ਉਹ ਪਰਮੇਸ਼ਵਰ ਦੇ ਕੰਮ ਨੂੰ ਮਿਲ ਕੇ ਚੰਗੀ ਤਰ੍ਹਾਂ ਹੋਰ ਵਧੀਆ ਤਰੀਕੇ ਨਾਲ ਕਰ ਸਕਣ। ਅੱਜ ਅਸੀਂ ਆਪਣੀ ਲਾਈਫ 'ਚ ਕੰਫਰਟਰ ਤਾਂ ਚਾਹੁੰਦੇ ਹਾਂ। ਅੱਜ ਅਸੀਂ ਇਹ ਤਾਂ ਚਾਹੁੰਦੇ ਹਾਂ ਕਿ ਸਾਨੂੰ ਕੋਈ ਡਿਵਾਈਨ ਹੈਲਪਰ ਮਿਲ ਜਾਏ, ਸਾਡੀਆਂ ਚੀਜ਼ਾਂ ਸੌਟ ਆਊਟ ਹੋਣੀਆਂ ਸ਼ੁਰੂ ਹੋ ਜਾਣ। ਤੁਸੀਂ ਇਮੈਜਿਨ ਕਰੋ, ਆਦਮ ਦਾ 50% ਕੰਮ ਘਟ ਗਿਆ, ਉਹਦੀ 50% ਲੇਬਰ ਉਸ ਜਗ੍ਹਾ ਤੇ ਘਟ ਗਈ। ਉਹ ਹੋਰ ਚੀਜ਼ਾਂ ਨੂੰ ਸੋਚ ਸਕਦਾ ਹੋਏਗਾ। ਪਰਮੇਸ਼ਵਰ ਆਪਣੇ ਵਚਨ 'ਚ ਕਹਿੰਦੇ ਆ, ਬੋਝ ਨਾ ਦੱਬੇ ਹੋਏ ਲੋਗੋ ਮੇਰੇ ਕੋਲ ਆਓ, ਮੈਂ ਤੁਹਾਨੂੰ ਆਰਾਮ ਦਿਆਂਗਾ। ਪਰਮੇਸ਼ਵਰ ਚਾਹੁੰਦੇ ਨੇ ਸਾਨੂੰ ਆਰਾਮ ਦੇਣਾ। ਉਹਨਾਂ ਨੇ ਆਦਮ ਨੂੰ ਆਰਾਮ ਦਿੱਤਾ, ਉਹਨਾਂ ਨੇ ਉਸ ਕੰਫਰਟਰ ਨੂੰ ਆਦਮ ਨੂੰ ਦਿੱਤਾ, ਉਹਨਾਂ ਨੇ ਉਸ ਸਹਾਇਕ ਨੂੰ ਆਦਮ ਦੀ ਲਾਈਫ ਦੇ ਵਿੱਚ ਦਿੱਤਾ। ਪਰ ਦਿੱਤਾ ਕਦੋਂ? ਬਾਈਬਲ ਕਹਿੰਦੀ ਬੋਝ ਨਾ ਦੱਬੇ ਹੋਏ ਲੋਗੋ। ਕਿਹੜਾ ਬੋਝ? ਉਹ ਬੋਝ ਨਹੀਂ ਜੋ ਦੁਨਿਆਵੀ ਬੋਝ ਨਾਲ ਸਭ ਅਸੀਂ ਦੱਬੇ ਪਏ ਹਾਂ ਸ਼ਾਇਦ, ਪਰ ਇਹ ਉਹ ਬੋਝ ਸੀ ਜੋ ਪਰਮੇਸ਼ਵਰ ਦੇ ਕੰਮ ਨੂੰ ਕਰਨ ਦਾ ਬੋਝ ਸੀ। ਆਦਮ ਪਰਮੇਸ਼ਵਰ ਦੀ ਉਸ ਜੋ ਵਾਟਿਕਾ ਦੀ ਉਸ ਜਗ੍ਹਾ ਤੇ ਉਹ ਦੇਖਭਾਲ ਕਰ ਰਿਹਾ ਸੀ, ਕੰਮ ਕਰ ਰਿਹਾ ਸੀ ਉੱਥੇ। ਜਦੋਂ ਬੋਝ ਪਰਮੇਸ਼ਵਰ ਨੇ ਦੇਖਿਆ, ਪਰਮੇਸ਼ਵਰ ਨੇ ਉਸ ਬੋਝ ਨੂੰ ਚੱਕਣ ਦੇ ਵਾਸਤੇ ਹਵਾ ਨੂੰ ਦਿੱਤਾ। ਯਿਸੂ ਮਸੀਹ ਕਹਿੰਦਾ, ਬੋਝ ਨਾ ਦੱਬੇ ਲੋਕੋ ਮੇਰੇ ਕੋਲ ਆਓ, ਮੈਂ ਤੁਹਾਨੂੰ ਆਰਾਮ ਦਿਆਂਗਾ, ਕੰਫਰਟਰ ਦਿਆਂਗਾ। ਯਿਸੂ ਮਸੀਹ ਜਦੋਂ ਬਦਲਾਂ ਤੇ ਉਠਾਏ ਜਾ ਰਹੇ ਸੀ, ਉਹਨਾਂ ਨੇ ਕਿਹਾ, ਮੈਂ ਪਿਤਾ ਕੋਲ ਜਾਣਾ, ਪਰ ਮੈਂ ਤੁਹਾਡੇ ਲਈ ਇੱਕ ਸਹਾਇਕ ਨੂੰ ਭੇਜਾਂਗਾ, ਇੱਕ ਕੰਫਰਟਰ ਨੂੰ ਭੇਜਾਂਗਾ, ਜੋ ਹੁਣ ਤੁਹਾਡੇ ਨਾਲ ਹੀ ਨਹੀਂ ਹੋਏਗਾ, ਪਰ ਉਹ ਹੁਣ ਤੁਹਾਡੇ ਅੰਦਰ ਹੋਏਗਾ। ਹਵਾ ਨੂੰ ਕਿੱਥੋਂ ਕੱਢਿਆ ਗਿਆ? ਆਦਮ ਦੇ ਅੰਦਰੋਂ। ਤੁਹਾਡਾ ਸੋਲੂਸ਼ਨ ਤੁਹਾਡੇ ਅੰਦਰੋਂ ਪਰਮੇਸ਼ਵਰ ਕੱਢ ਸਕਦਾ, ਤੁਹਾਨੂੰ ਕੰਫਰਟ ਪਰਮੇਸ਼ਵਰ ਅੰਦਰੋਂ ਦੇ ਸਕਦਾ। ਜਦੋਂ ਤੁਸੀਂ ਪਰਮੇਸ਼ਵਰ ਦੀ ਆਵਾਜ਼ ਨੂੰ ਸੁਣਨਾ ਸ਼ੁਰੂ ਕਰਦੇ ਹੋ, ਉਹਦੇ ਨਾਲ ਟਾਈਮ ਸਪੈਂਡ ਕਰਨਾ ਸ਼ੁਰੂ ਕਰਦੇ ਹੋ, ਉਹ ਵਾਟਿਕਾ ਜੋ ਤੁਹਾਨੂੰ ਦਿੱਤੀ, ਇਹ ਸਰੀਰ, ਇਹ ਲਾਈਫ ਜੋ ਤੁਹਾਨੂੰ ਦਿੱਤੀ, ਜਦੋਂ ਤੁਸੀਂ ਇਹਦੇ ਵਿੱਚ ਕੰਮ ਕਰਦੇ ਹੋ, ਕਿਹੜਾ ਕੰਮ? ਪਰਮੇਸ਼ਵਰ ਦੇ ਲਈ। ਜੋ ਅਸੀਂ ਪਰਮੇਸ਼ਵਰ ਦੇ ਲਈ ਕੰਮ ਕਰਦੇ ਹੋ, ਪਰਮੇਸ਼ਵਰ ਤੁਹਾਨੂੰ ਕੰਫਰਟਰ ਦੇ ਸਕਦਾ। ਪਰਮੇਸ਼ਵਰ ਤੁਹਾਨੂੰ ਉਹ ਸਹਾਇਕ ਦੇ ਸਕਦਾ ਜਿਹੜਾ ਸਹਾਇਕ ਤੁਸੀਂ ਸੋਚ ਵੀ ਨਹੀਂ ਸਕਦੇ। ਆਦਮ ਨੇ ਕਦੇ ਨਹੀਂ ਸੋਚਿਆ ਹੋਵੇਗਾ ਕਿ ਉਹਦੀ ਹੀ ਪਸਲੀ ਦੇ ਵਿੱਚੋਂ ਇੱਕ ਈਵ, ਇੱਕ ਔਰਤ ਕੱਢੀ ਜਾਏਗੀ ਜਿਹੜੀ ਉਹਦੇ ਬਰਾਬਰ ਕੰਮ ਕਰੇਗੀ, ਜਿਹੜੀ ਉਹਦੀ ਇੱਕ ਸਹਾਇਕ ਬਣ ਜਾਏਗੀ। ਸਾਨੂੰ ਸ਼ਾਇਦ ਇਹ ਅਹਿਸਾਸ ਨਹੀਂ ਕਿ ਪਰਮੇਸ਼ਵਰ ਸਾਡੇ ਹੀ ਵਿੱਚੋਂ ਉਸ ਕੰਫਰਟਰ ਨੂੰ ਕੱਢ ਸਕਦੇ ਨੇ। ਸਾਡੀ ਪ੍ਰੋਬਲਮ ਦਾ ਹੱਲ ਉਹ ਸਾਡੇ ਹੀ ਵਿੱਚੋਂ ਕੱਢ ਸਕਦੇ ਆ। ਸਾਨੂੰ ਅਜਿਹੇ ਥਾਟਸ ਦੇ ਕੇ ਇਸ ਤਰ੍ਹਾਂ ਪਵਿੱਤਰ ਆਤਮਾ ਗੱਲ ਕਰੇਗਾ, ਉਹਨਾਂ ਚੀਜ਼ਾਂ ਨੂੰ ਰਿਵੀਲ ਕਰੇਗਾ ਤੁਹਾਡੇ ਉੱਤੇ ਜਿਹੜੀਆਂ ਤੁਸੀਂ ਕਦੇ ਨਹੀਂ ਸੋਚੀਆਂ ਹੋਣਗੀਆਂ, ਜਿਹੜੀ ਤੁਹਾਡੀ ਟਰਬਲ ਨੂੰ ਖਤਮ ਕਰ ਦੇਣਗੀਆਂ। ਪਰ ਉਹਦੇ ਵਾਸਤੇ ਕਰਨਾ ਕੀ ਪਏਗਾ ਕਿ ਪਰਮੇਸ਼ਰ ਸਾਨੂੰ ਕੰਫਰਟਰ ਦੇ। ਕੀ ਕਰੀਏ ਕਿ ਪਰਮੇਸ਼ਰ ਸਾਨੂੰ ਉਹ ਸਹਾਇਕ ਦੇਵੇ, ਸਾਡੇ ਵਿੱਚੋਂ ਉਸ ਸਹਾਇਕ ਨੂੰ ਕੱਢੇ। ਸਾਨੂੰ ਪਰਮੇਸ਼ਰ ਦੇ ਲਈ ਕੰਮ ਕਰਨਾ ਪਏਗਾ, ਸਾਨੂੰ ਪਰਮੇਸ਼ਰ ਦੇ ਲਈ ਖੜੇ ਹੋਣਾ ਪਏਗਾ। ਬਾਈਬਲ ਕਹਿੰਦੀ ਤੂੰ ਮੇਰਾ ਕੰਮ ਕਰ, ਮੇਰਾ ਪਿਤਾ ਤੇਰਾ ਆਦਰ ਕਰੇਗਾ। ਕੀ ਅਸੀਂ ਪਰਮੇਸ਼ਰ ਦਾ ਕੰਮ ਕਰਦੇ ਹਾਂ? ਪਰਮੇਸ਼ਰ ਦਾ ਕੰਮ ਕੀ? ਪਰਮੇਸ਼ਰ ਦੇ ਨਾਲ ਵਕਤ ਬਿਤਾਉਣਾ, ਪਰਮੇਸ਼ਰ ਦਾ ਸੁਸਮਾਚਾਰ ਦੂਸਰਿਆਂ ਤੱਕ ਸ਼ੇਅਰ ਕਰਨਾ, ਉਹਨਾਂ ਚੀਜ਼ਾਂ ਦੇ ਉੱਤੇ ਜਿੱਤ ਪ੍ਰਾਪਤ ਕਰਨਾ ਜਿਹੜੀਆਂ ਸਾਡਾ ਸਰੀਰ ਚਾਹੁੰਦਾ ਕਿ ਅਸੀਂ ਕਰੀਏ, ਪਰ ਬਾਈਬਲ ਕਹਿੰਦੀ ਇਹ ਅਸੀਂ ਨਹੀਂ ਕਰਨਾ।
ਸਾਡੀਆਂ ਉਹਨਾਂ ਬੁਰੀਆਂ ਆਦਤਾਂ ਤੇ ਕੀ ਅਸੀਂ ਕੰਟਰੋਲ ਕੀਤਾ ਹੈ, ਕੀ ਸਾਡੀ ਲਾਈਫ ਚੇਂਜ ਹੈ, ਕਿ ਅਸੀਂ ਪਹਿਲਾਂ ਦੇ ਵਾਂਗੂ ਹਜੇ ਵੀ ਹੁਣ ਵੀ ਉਸੇ ਤਰ੍ਹਾਂ ਚੱਲਦੇ ਹਾਂ, ਕਿ ਉਸੇ ਤਰ੍ਹਾਂ ਸ਼ਰਾਬ ਪੀਣਾ, ਉਸੇ ਤਰ੍ਹਾਂ ਸਿਗਰਟ ਪੀਣਾ, ਉਸੇ ਤਰ੍ਹਾਂ ਗਾਲਾਂ ਕੱਢਣੀਆਂ, ਉਸੇ ਤਰ੍ਹਾਂ ਮਾਰ ਕੁਟਾਈ ਕਰਨਾ, ਉਹ ਸੇਮ ਚੀਜ਼ਾਂ ਸਾਡੀ ਲਾਈਫ ਦਾ ਹਿੱਸਾ ਹੈ। ਅਸੀਂ ਪਰਮੇਸ਼ਰ ਦਾ ਕੰਮ ਨਹੀਂ ਕਰ ਰਹੇ। ਯਾਦ ਰੱਖੋ, ਪੌਲੂਸ ਕਹਿੰਦਾ ਕਿ ਤੁਸੀਂ ਤੇ ਮੈਂ, ਅਸੀਂ ਚੱਲਦੀ ਫਿਰਦੀ ਬਾਈਬਲ ਹਾਂ। ਕੋਈ ਵੀ ਜਨ ਬਾਈਬਲ ਨੂੰ ਨਹੀਂ ਪੜ੍ਹੇਗਾ, ਪਹਿਲਾਂ ਉਹ ਤੁਹਾਨੂੰ ਪੜ੍ਹੇਗਾ ਤੇ ਪਹਿਲਾਂ ਮੈਨੂੰ ਪੜ੍ਹੇਗਾ। ਜੇ ਅਸੀਂ ਪਰਮੇਸ਼ਰ ਦੇ ਕੰਮ ਨੂੰ ਕਰਨ ਵਾਲੇ ਹੋਵਾਂਗੇ, ਉਹ ਖੁਦ ਬਖੁਦ ਇਸ ਚੀਜ਼ ਨੂੰ ਦੇਖ ਕੇ ਅਟਰੈਕਟ ਹੋਣਗੇ ਕਿ ਕਿਉਂ ਇਹ ਬਾਕੀਆਂ ਤੋਂ ਫਰਕ ਹੈ, ਕਿਉਂ ਇਹ ਬਾਕੀਆਂ ਤੋਂ ਅਲੱਗ ਹੈ। ਕਿ ਅਸੀਂ ਹਰ ਟਾਈਮ ਰੋਣ ਵਾਲੇ ਹਾਂ, ਕਿ ਅਸੀਂ ਹਰ ਟਾਈਮ ਪਰਮੇਸ਼ਰ ਨੂੰ ਕੰਪਲੇਂਟ ਕਰਨ ਵਾਲੇ ਹਾਂ, ਕਿ ਅਸੀਂ ਆਪਣੀ ਲਾਈਫ ਨੂੰ ਸਿਰਫ ਇਸੇ ਤਰ੍ਹਾਂ ਲੈ ਕੇ ਚੱਲਦੇ ਹਾਂ। ਪਰਮੇਸ਼ਰ ਮੇਰੇ ਗਵਾਂਢੀ ਕੋਲੇ ਇੰਨਾ ਕੁਛ ਪਰ ਮੇਰੇ ਕੋਲੇ ਘੱਟ ਕਿਉਂ, ਉਹਦਾ ਘਰ ਵੱਡਾ ਤੇ ਮੇਰਾ ਛੋਟਾ ਕਿਉਂ, ਉਹਦੀ ਕਾਰ ਵੱਡੀ ਤੇ ਮੇਰੀ ਛੋਟੀ ਕਿਉਂ, ਉਹਦੀ ਲਾਈਫ ਕੰਫਰਟੇਬਲ ਹੈ ਮੇਰੀ ਇੱਦਾਂ ਕਿਉਂ। ਕਿ ਅਸੀਂ ਸਿਰਫ ਕੰਪਲੇਂਟ ਕਰਨ ਵਾਲੇ ਹਾਂ। ਬਾਈਬਲ ਕਹਿੰਦੀ ਉਹ ਰਾਜਿਆਂ ਦਾ ਰਾਜਾ, ਉਹ ਪ੍ਰਭੂਆਂ ਦਾ ਪ੍ਰਭੂ ਹੈ। ਪੁਰਾਣੇ ਟਾਈਮ ਦੇ ਵਿੱਚ ਜਦੋਂ ਰਾਜੇ ਕੋਲ ਜਾਇਆ ਜਾਂਦਾ ਸੀ, ਬਾਈਬਲ ਇਸ ਗੱਲ ਨੂੰ ਦੱਸਦੀ ਹੈ ਕਿ ਰਾਜੇ ਦੇ ਸਾਹਮਣੇ ਜਾਣ ਤੋਂ ਪਹਿਲਾਂ ਉਹਨੂੰ ਆਨਰ ਦਿੱਤਾ ਜਾਂਦਾ ਸੀ। ਰਾਜਾ ਤੂੰ ਯੁਗਾਂ ਯੁਗਾਂ ਜੀਵਿਤ ਰਵੇਂ, ਰਾਜਾ ਤੂੰ ਹਮੇਸ਼ਾ ਜੇਤੂ ਰਹੇ, ਰਾਜਾ ਤੇਰੇ ਬਰਾਬਰ ਕੋਈ ਨਾ ਹੋਵੇ। ਕਿ ਅਸੀਂ ਜਦੋਂ ਰਾਜਿਆਂ ਦੇ ਰਾਜੇ ਦੇ ਸਾਹਮਣੇ ਜਾਂਦੇ ਹਾਂ, ਕਿ ਅਸੀਂ ਉਹਨੂੰ ਉਸਤਤ ਦਿੰਦੇ ਹਾਂ, ਕਿ ਅਸੀਂ ਉਹਨੂੰ ਪ੍ਰੇਜ਼ ਕਰਦੇ ਹਾਂ, ਕਿ ਅਸੀਂ ਉਹਦੀਆਂ ਦਿੱਤੀਆਂ ਹੋਈਆਂ ਚੀਜ਼ਾਂ ਦਾ ਧੰਨਵਾਦ ਕਰਦੇ ਹਾਂ, ਜਾਂ ਸਿਰਫ ਅਸੀਂ ਕੰਪਲੇਂਟ ਕਰਦੇ ਹਾਂ। ਕੰਫਰਟਰ ਉਹਨੂੰ ਹੀ ਦਿੱਤਾ ਜਾਏਗਾ ਜੋ ਪਰਮੇਸ਼ਰ ਦਾ ਕੰਮ ਕਰੇਗਾ, ਜੋ ਕੰਪਲੇਂਟ ਕਰੇਗਾ ਉਹਦੇ ਲਈ ਨਹੀਂ। ਕੀ ਤੁਸੀਂ ਆਪਣੀ ਲਾਈਫ 'ਚ ਸਿਰਫ ਕੰਪਲੇਂਟ ਕਰਦੇ ਹੋ, ਜਾਂ ਤੁਸੀਂ ਆਪਣੀ ਲਾਈਫ ਦੇ ਵਿੱਚ ਆਪਣੀ ਉਸ ਈਵ ਨੂੰ ਆਪਣੇ ਵਿੱਚੋਂ ਕੱਢਣ ਦੇ ਵਾਸਤੇ ਪਰਮੇਸ਼ਰ ਨੂੰ ਪ੍ਰਾਰਥਨਾ ਕਰਦੇ ਹੋ? ਅੱਜ ਵੀ ਸਟਰਗਲ ਸਾਡੀ ਲਾਈਫ 'ਚ ਉਸੇ ਤਰ੍ਹਾਂ ਕਿਉਂ ਖੜੀ ਹੈ? ਕਿਉਂਕਿ ਅਸੀਂ ਕੰਪਲੇਂਟ ਕਰਨ ਵਾਲੇ ਹਾਂ। ਬਾਈਬਲ ਕਹਿੰਦੀ ਪਰਮੇਸ਼ਰ ਨੇ ਆਦਮ ਦੇ ਲਈ ਇੱਕ ਸਹਾਇਕ ਨੂੰ ਬਣਾਇਆ। ਆਦਮ ਨਹੀਂ ਗਿਆ ਪਰਮੇਸ਼ਰ ਕੋਲੇ ਕਿ ਪਰਮੇਸ਼ਰ ਮੈਂ ਤਾਂ ਬਹੁਤ ਔਖਾ, ਮੇਰੇ ਕੋਲ ਏਡਾ ਵੱਡਾ ਕੰਮ ਨਹੀਂ ਹੁੰਦਾ, ਕਿ ਤੈਨੂੰ ਦਿਖਾਈ ਨਹੀਂ ਦਿੰਦਾ, ਮੈਂ ਇਕੱਲਾ ਹੀ ਇਸ ਕੰਮ 'ਚ ਫਸਿਆ ਪਿਆ, ਹੋਰ ਕੋਈ ਮੇਰੀ ਹੈਲਪ ਨਹੀਂ ਕਰ ਸਕਦਾ। ਆਦਮ ਨੇ ਅਜਿਹਾ ਕੁਛ ਨਹੀਂ ਕੀਤਾ। ਲਿਖਿਆ ਆਦਮ ਪਰਮੇਸ਼ਰ ਦੀ ਉਸ ਬਣਾਈ ਹੋਈ ਵਾਟਿਕਾ ਦੇ ਵਿੱਚ ਉਹਦਾ ਕੰਮ ਕਰ ਰਿਹਾ ਸੀ, ਤੇ ਪਰਮੇਸ਼ਰ ਨੇ ਖੁਦ ਦੇਖਿਆ ਤੇ ਉਹਨੂੰ ਕਿਹਾ ਕਿ ਇਹਦਾ ਇਕੱਲੇ ਰਹਿਣਾ ਚੰਗਾ ਨਹੀਂ, ਉਹਦੇ ਲਈ ਇੱਕ ਕੰਫਰਟਰ ਨੂੰ ਬਣਾਇਆ। ਸੇਮ ਮੈਨਰ ਦੇ ਵਿੱਚ ਯਿਸੂ ਮਸੀਹ ਨੇ ਕਿਹਾ ਕਿ ਮੈਂ ਤਾਂ ਜਾ ਰਿਹਾ, ਪਰ ਮੈਂ ਪਿਤਾ ਨੂੰ ਪ੍ਰਾਰਥਨਾ ਕਰਾਂਗਾ ਕਿ ਤੁਹਾਨੂੰ ਇੱਕ ਕੰਫਰਟਰ ਦੇਵੇ, ਤੇ ਉਹ ਕੰਫਰਟਰ ਤੁਹਾਡੇ ਵਿੱਚ ਰਵੇ। ਉਹ ਪਵਿੱਤਰ ਆਤਮਾ ਤੁਹਾਡੇ ਵਿੱਚ ਰਵੇ, ਤੁਹਾਡੇ ਵਿੱਚੋਂ ਹੀ ਉਹ ਉੱਤਰ, ਉਹ ਸੋਲੂਸ਼ਨ ਤੁਹਾਨੂੰ ਮਿਲ ਸਕਦਾ। ਹਾਲੇਲੂਇਆ। ਪਰ ਅੱਜ ਪ੍ਰੋਬਲਮ ਇਹ ਹੈ ਕਿ ਅਸੀਂ ਆਪਣੇ ਆਪ ਹੀ ਆਪਣੀਆਂ ਚੀਜ਼ਾਂ ਨੂੰ ਫਿਕਸ ਕਰਨਾ ਚਾਹੁੰਦੇ ਹਾਂ। ਸਾਨੂੰ ਲੱਗਦਾ ਕਿ ਅਸੀਂ ਸਿਰਫ ਕੰਪਲੇਂਟ ਕਰਾਂਗੇ ਪਰਮੇਸ਼ਰ ਨੂੰ, ਜੇ ਅਸੀਂ ਕੁਝ ਗਲਤ ਬੋਲਾਂਗੇ ਤਾਂ ਉਹ ਸ਼ਾਇਦ ਇਸ ਚੀਜ਼ ਨੂੰ ਸੁਣ ਕੇ ਉਹ ਸ਼ਾਇਦ ਸਾਡੇ ਦੁੱਖ ਦੇ ਉੱਤੇ ਨਜ਼ਰ ਕਰੇਗਾ ਤੇ ਸਾਨੂੰ ਉਹ ਛੁਡਾ ਲਏਗਾ। ਇਸ ਤਰ੍ਹਾਂ ਕਦੇ ਨਹੀਂ ਹੁੰਦਾ। ਪਰਮੇਸ਼ਰ ਨੇ ਜਿੰਨਾ ਕੁਝ ਸਾਨੂੰ ਦਿੱਤਾ, ਜੋ ਕੁਝ ਸਾਡੀ ਲਾਈਫ ਦੇ ਵਿੱਚ ਕੀਤਾ, ਉਹ ਮੋਰ ਦੈਨ ਇਨਫ ਹੈ। ਉਹਨੇ ਸਾਡੇ ਲਈ ਸਲੀਬ ਦੇ ਉੱਤੇ ਜਾਨ ਦਿੱਤੀ, ਜੋ ਸਲੀਬ ਸਾਡੇ ਲਈ ਸੀ, ਇਹ ਮੋਰ ਦੈਨ ਇਨਫ ਹੈ। ਹੁਣ ਅਸੀਂ ਦੇਖੀਏ ਕਿ ਅਸੀਂ ਕਿਸ ਤਰ੍ਹਾਂ ਧੰਨਵਾਦ ਦੇ ਨਾਲ ਉਹਦੇ ਸਾਹਮਣੇ ਜਾਈਏ। ਬਾਈਬਲ ਕਹਿੰਦੀ ਧੰਨਵਾਦ ਦੇ ਨਾਲ ਉਹਦੇ ਸਾਹਮਣੇ ਜਾ, ਉਹਦੀ ਉਸਤਤ ਕਰ, ਉਹਦੀ ਸਤੁਤੀ ਕਰ, ਉਹਦੀ ਪ੍ਰੇਜ਼ ਕਰ, ਤਾਂ ਕਿ ਪਰਮੇਸ਼ਰ ਤੇਰੀ ਪ੍ਰਾਰਥਨਾ ਨੂੰ ਸੁਣੇ। ਦਾਊਦ ਜਦੋਂ ਵੀ ਭਜਨ ਲਿਖਦਾ ਸੀ, ਉਹ ਪਰਮੇਸ਼ਰ ਦੀ ਉਸਤਤ ਕਰਦਾ ਸੀ, ਉਹਦਾ ਧੰਨਵਾਦ ਕਰਦਾ ਸੀ। ਜਦੋਂ ਤੁਸੀਂ ਇਸ ਤਰ੍ਹਾਂ ਕਰੋਗੇ, ਫਿਰ ਤੁਸੀਂ ਆਪਣੀ ਪ੍ਰਾਰਥਨਾ ਵੀ ਜਦੋਂ ਉਹਨੂੰ ਦਓਗੇ, ਉਹਦਾ ਉਹ ਆਨਸਰ ਕਰੇਗਾ। ਪਰ ਜੇ ਅਸੀਂ ਸਿਰਫ ਕੰਪਲੇਂਟ ਕਰਾਂਗੇ, ਪਰਮੇਸ਼ਰ ਉਸ ਚੀਜ਼ ਨੂੰ ਇਸ ਤਰ੍ਹਾਂ ਨਹੀਂ ਲੈਣਗੇ ਜਿਸ ਤਰ੍ਹਾਂ ਉਹਨੇ ਆਦਮ ਦੀ ਉਸ ਮਿਹਨਤ ਨੂੰ ਦੇਖਿਆ ਤੇ ਲਿਆ ਤੇ ਉਹਨੂੰ ਇੱਕ ਕੰਫਰਟਰ ਦਿੱਤਾ। ਹਾਲੇਲੂਇਆ। ਅਸੀਂ ਖੁਦ ਆਪਣੀ ਲਾਈਫ ਨੂੰ ਬਣਾ ਸਕਦੇ ਹਾਂ, ਅਸੀਂ ਖੁਦ ਆਪਣੀ ਲਾਈਫ ਨੂੰ ਵਿਗਾੜ ਸਕਦੇ ਹਾਂ। ਇਸ ਲਈ ਬਾਈਬਲ ਕਹਿੰਦੀ ਤੇਰੇ ਮੂੰਹ ਦੇ ਵਿੱਚ ਜ਼ਿੰਦਗੀ, ਤੇਰੇ ਮੂੰਹ ਦੇ ਵਿੱਚ ਮੌਤ ਹੈ। ਪ੍ਰੇਜ਼ ਗॉड। ਅਸੀਂ ਰੁਕਾਂਗੇ ਇੱਕ ਛੋਟੇ ਜਿਹੇ ਬ੍ਰੇਕ ਦੇ ਲਈ। ਬ੍ਰੇਕ ਤੋਂ ਬਾਅਦ ਮੈਂ ਤੁਹਾਨੂੰ ਦੱਸਾਂਗਾ ਕਿ ਕਿਸ ਤਰ੍ਹਾਂ ਤੁਸੀਂ ਉਸ ਕੰਫਰਟਰ ਨੂੰ ਆਪਣੀ ਲਾਈਫ ਦੇ ਵਿੱਚ ਲੈ ਸਕਦੇ ਹੋ, ਕਿਸ ਤਰ੍ਹਾਂ ਉਹ ਸਹਾਇਕ ਤੁਹਾਡੀ ਲਾਈਫ ਦੇ ਵਿੱਚ ਕੰਮ ਕਰ ਸਕਦਾ ਤੇ ਤੁਹਾਡੀ ਲਾਈਫ ਨੂੰ ਇੱਕ ਨਵੀਂ ਜ਼ਿੰਦਗੀ ਦੇ ਵੱਲ ਲੈ ਕੇ ਜਾ ਸਕਦਾ। ਹਾਲੇਲੂਇਆ। ਅਸੀਂ ਸਿੱਖਾਂਗੇ ਪਰਮੇਸ਼ਰ ਦੇ ਕਲਾਮ ਦੇ ਵਿੱਚੋਂ।
ਸਵਾਗਤ ਹੈ ਤੁਹਾਡਾ ਸਾਰਿਆਂ ਦਾ ਇੱਕ ਵਾਰ ਫੇਰ ਤੋਂ ਪ੍ਰਭੂ ਯਿਸੂ ਮਸੀਹ ਦੀ ਹਜ਼ੂਰੀ ਦੇ ਵਿੱਚ। ਅਸੀਂ ਦੇਖ ਰਹੇ ਹਾਂ ਕਿ ਕਿਸ ਤਰ੍ਹਾਂ ਪਰਮੇਸ਼ਰ ਸਾਡੀ ਲਾਈਫ ਦੇ ਵਿੱਚ ਇੱਕ ਕੰਫਰਟਰ, ਇੱਕ ਸਹਾਇਕ, ਇੱਕ ਹੈਲਪਰ ਨੂੰ ਪਰਮੇਸ਼ਰ ਦਿੰਦਾ। ਤੇ ਮੈਂ ਤੁਹਾਨੂੰ ਅੱਜ ਦੱਸਾਂਗਾ ਕਿ ਕਿਸ ਤਰ੍ਹਾਂ ਅਸੀਂ ਉਸ ਓਪਰਚੁਨਿਟੀ ਨੂੰ ਅਵੇਲ ਕਰ ਸਕਦੇ ਹਾਂ ਤੇ ਕਿਸ ਤਰ੍ਹਾਂ ਅਸੀਂ ਉਸ ਓਪਰਚੁਨਿਟੀ ਨੂੰ ਮਿਸ ਕਰ ਸਕਦੇ ਹਾਂ। ਅਸੀਂ ਦੇਖਾਂਗੇ ਉਤਪਤੀ ਦੀ ਕਿਤਾਬ ਦੇ ਵਿੱਚੋਂ 25 ਅਧਿਆਏ ਉਹਦੀ 29 ਆਇਤ ਤੋਂ ਲਿਖਿਆ, ਇੱਕ ਦਿਨ ਯਾਕੂਬ ਲਾਲ ਮਸੂਰ ਦੀ ਦਾਲ ਬਣਾ ਰਿਹਾ ਸੀ ਕਿ ਉਸ ਸਮੇਂ ਈਸਾਓ ਬਾਹਰ ਤੋਂ ਆਇਆ, ਉਹਨੂੰ ਭੁੱਖ ਲੱਗੀ ਸੀ। ਈਸਾਓ ਨੇ ਯਾਕੂਬ ਨੂੰ ਕਿਹਾ, ਮੈਨੂੰ ਥੋੜੀ ਜਿਹੀ ਦਾਲ ਦੇ ਕਿਉਂਕਿ ਮੈਨੂੰ ਭੁੱਖ ਲੱਗੀ ਹੈ। ਉਸ ਦਾ ਨਾਮ ਇਸੇ ਕਰਕੇ ਅਦੋਮ ਵੀ ਪਿਆ। ਯਾਕੂਬ ਨੇ ਈਸਾਓ ਨੂੰ ਕਿਹਾ, ਇਸ ਦੇ ਲਈ ਬਦਲੇ 'ਚ ਤੂੰ ਆਪਣਾ ਜੇਠੇ ਹੋਣ ਦਾ ਅਧਿਕਾਰ, ਉਹਦਾ ਹੱਕ ਮੇਰੇ ਕੋਲ ਵੇਚ ਦੇ। ਈਸਾਓ ਨੇ ਉੱਤਰ ਦਿੱਤਾ, ਮੈਂ ਭੁੱਖਾ ਮਰ ਜਾਵਾਂਗਾ, ਇਸ ਲਈ ਮੇਰੇ ਜੇਠੇ ਹੋਣ ਨਾਲ ਮੈਨੂੰ ਕੀ ਮਿਲੇਗਾ? ਯਾਕੂਬ ਨੇ ਕਿਹਾ, ਤੂੰ ਇਸ ਬਾਰੇ ਸਹੁੰ ਚੁੱਕ ਅਤੇ ਕਹਿ ਕਿ ਮੈਂ ਤੈਨੂੰ ਆਪਣੇ ਜੇਠੇ ਹੋਣ ਦਾ ਅਧਿਕਾਰ ਦਿੰਦਾ ਹਾਂ। ਈਸਾਓ ਨੇ ਇਸ ਬਾਰੇ ਸਹੁੰ ਚੁੱਕੀ ਅਤੇ ਯਾਕੂਬ ਕੋਲੋਂ ਰੋਟੀ ਲੈ ਲਈ ਤੇ ਆਪਣੇ ਜੇਠੇ ਹੋਣ ਦਾ ਅਧਿਕਾਰ, ਆਪਣਾ ਹੱਕ ਉਹਨੂੰ ਵੇਚ ਦਿੱਤਾ। ਬਾਈਬਲ ਦੱਸਦੀ ਹੈ ਇਸਹਾਕ ਦੇ ਜੋ ਮੁੰਡੇ ਸੀ ਈਸਾਵ ਤੇ ਯਾਕੂਬ, ਉਹਦੇ ਵਿੱਚੋਂ ਈਸਾਵ ਵੱਡਾ ਸੀ। ਵੱਡੇ ਹੋਣ ਦੇ ਕਰਕੇ, ਪਹਿਲੌਠਾ ਹੋਣ ਕਰਕੇ ਉਹਦੇ ਅਧਿਕਾਰ ਜ਼ਿਆਦਾ ਸੀ। ਪਰ ਇੱਕ ਦਿਨ ਜਦੋਂ ਉਹ ਬਾਹਰੋਂ ਆਇਆ, ਬਾਈਬਲ ਦੱਸਦੀ ਉਹਨੂੰ ਬਹੁਤ ਭੁੱਖ ਲੱਗੀ ਸੀ। ਭੁੱਖ ਲੱਗਣ ਕਰਕੇ ਉਹਨੇ ਆਪਣੇ ਛੋਟੇ ਭਰਾ ਨੂੰ ਕਿਹਾ, ਜੋ ਦਾਲ, ਜੋ ਰੋਟੀ ਤੂੰ ਬਣਾ ਰਿਹਾ ਮੈਨੂੰ ਦੇ। ਯਾਕੂਬ ਕਹਿੰਦਾ, ਮੈਂ ਤੈਨੂੰ ਦੇ ਦਿਆਂਗਾ, ਪਰ ਤੂੰ ਆਪਣੇ ਜੇਠੇ ਹੋਣ ਦਾ, ਵੱਡੇ ਹੋਣ ਦਾ ਅਧਿਕਾਰ ਮੈਨੂੰ ਵੇਚ ਦੇ। ਉਹਨੇ ਕਿਹਾ ਕਿ ਮੈਨੂੰ ਅਧਿਕਾਰ ਵੇਚਣ 'ਚ ਕੋਈ ਦਿੱਕਤ ਨਹੀਂ, ਕਿਉਂਕਿ ਮੈਨੂੰ ਭੁੱਖ ਲੱਗੀ ਆ, ਜੇ ਨਹੀਂ ਖਾਵਾਂਗਾ ਤਾਂ ਮੈਨੂੰ ਦਿੱਕਤ ਹੋ ਜਾਏਗੀ। ਉਹਨੇ ਆਪਣਾ ਅਧਿਕਾਰ ਵੇਚ ਦਿੱਤਾ ਤੇ ਉਹਨੇ ਉਸ ਰੋਟੀ ਨੂੰ ਖਾਇਆ, ਉਹਨੇ ਉਸ ਦਾਲ ਨੂੰ ਉਹਨੇ ਲਿਆ। ਤੇ ਬਾਈਬਲ ਕਹਿੰਦੀ ਹੈ ਇਹ ਗੱਲ ਪਰਮੇਸ਼ਰ ਨੂੰ ਚੰਗੀ ਨਹੀਂ ਲੱਗੀ। ਬਾਈਬਲ ਦੱਸਦੀ ਹੈ ਕਿ ਈਸਾਵ ਦੀ ਤਰ੍ਹਾਂ ਨਾ ਬਣੋ, ਜਿਹਨੇ ਆਪਣਾ ਅਧਿਕਾਰ ਰੋਟੀ ਦੇ ਲਈ ਵੇਚ ਦਿੱਤਾ ਤੇ ਬਾਅਦ ਦੇ ਵਿੱਚ ਰੋਣ ਤੋਂ ਬਾਅਦ, ਮਨ ਫਿਰਾਉਣ ਤੋਂ ਬਾਅਦ, ਪਛਤਾਵਾ ਕਰਨ ਤੋਂ ਬਾਅਦ ਵੀ ਉਹਨੂੰ ਮਨ ਫਿਰਾਵ ਦਾ ਅਵਸਰ ਨਹੀਂ ਮਿਲਿਆ। ਕਿਉਂ? ਕਿਉਂਕਿ ਪਰਮੇਸ਼ਰ ਨੇ ਜੋ ਤੁਹਾਨੂੰ ਦਿੱਤਾ ਉਹਦੇ ਵਿੱਚੋਂ ਪਰਮੇਸ਼ਰ ਤੁਹਾਨੂੰ ਕੰਫਰਟਰ ਦੇ ਸਕਦਾ, ਪਰ ਜੇ ਤੁਸੀਂ ਉਹਦੇ ਦਿੱਤੇ ਹੋਏ ਨੂੰ ਵੇਚ ਦਿਓਗੇ, ਪਰਮੇਸ਼ਰ ਉਹਨੂੰ ਲਾਈਕ ਨਹੀਂ ਕਰੇਗਾ। ਉਹਨੇ ਕੁਝ ਖਾਣ ਦੇ ਲਈ, ਰੋਟੀ ਦੇ ਲਈ, ਦਾਲ ਦੇ ਲਈ ਆਪਣੇ ਉਸ ਅਧਿਕਾਰ ਨੂੰ ਵੇਚ ਦਿੱਤਾ, ਜਦ ਕਿ ਪਰਮੇਸ਼ਰ ਇਹ ਚਾਹੁੰਦਾ ਸੀ ਕਿ ਉਹ ਅਧਿਕਾਰ ਉਹਦੇ ਹੀ ਕੋਲੇ ਰਵੇ। ਉਹਨੂੰ ਇਸ ਚੀਜ਼ ਦੀ ਵੈਲਿਊ ਨਹੀਂ ਸੀ। ਅੱਜ ਪਰਮੇਸ਼ਰ ਨੇ ਤੁਹਾਨੂੰ ਅਧਿਕਾਰ ਦਿੱਤਾ। ਪਰਮੇਸ਼ਰ ਨੇ ਆਦਮ ਤੇ ਹਵਾ ਨੂੰ ਬਣਾ ਕੇ ਉਹਨਾਂ ਨੂੰ ਅਧਿਕਾਰ ਦਿੱਤਾ। ਬਾਈਬਲ ਕਹਿੰਦੀ, ਪਰਮੇਸ਼ਰ ਨੇ ਕਿਹਾ, ਜਾਓ ਸਾਰੀ ਦੁਨੀਆ ਦੀ ਹਰ ਇੱਕ ਜੀਵ ਜੰਤੂ, ਪੇੜ ਪੌਦੇ, ਸਭ ਚੀਜ਼ਾਂ ਦੇ ਉੱਤੇ ਅਧਿਕਾਰ ਰੱਖੋ, ਵਧੋ ਫੁੱਲੋ ਤੇ ਭਰ ਜਾਓ। ਬਾਈਬਲ ਨੇ ਤੁਹਾਨੂੰ ਅਧਿਕਾਰੀ ਬਣਾਇਆ। ਪਰਮੇਸ਼ਰ ਚਾਹੁੰਦਾ ਕਿ ਜੋ ਪਹਿਲੌਠਾਪਨ, ਜੋ ਪਰਮੇਸ਼ਰ ਨੇ ਤੁਹਾਨੂੰ ਦਿੱਤਾ, ਉਹਨੂੰ ਤੁਸੀਂ ਵੈਲਿਊ ਕਰੋ। ਤੁਹਾਨੂੰ ਪਰਮੇਸ਼ਰ ਨੇ ਲਾਈਫ ਦਿੱਤੀ ਜਿਹਦੇ ਵਿੱਚ ਪਹਿਲਾ ਸਥਾਨ ਪਰਮੇਸ਼ਰ ਦਾ ਹੋਣਾ ਚਾਹੀਦਾ। ਪਰਮੇਸ਼ਰ ਨੇ ਸਾਨੂੰ ਲਾਈਫ ਇਸ ਲਈ ਨਹੀਂ ਦਿੱਤੀ ਕਿ ਅਸੀਂ ਬਾਕੀ ਚੀਜ਼ਾਂ ਦੇ ਵਿੱਚ ਇਨਵੋਲਵ ਹੋ ਕੇ ਖਤਮ ਹੋ ਜਾਈਏ। ਜਿਵੇਂ ਈਸਾਵ ਨੇ ਸਿਰਫ ਰੋਟੀ ਦੇ ਕਰਕੇ ਆਪਣੇ ਅਧਿਕਾਰ ਨੂੰ ਵੇਚ ਦਿੱਤਾ। ਉਸ ਕੰਫਰਟਰ ਦੀ ਡਿਮਾਂਡ ਨਹੀਂ ਕੀਤੀ ਕਿ ਪਰਮੇਸ਼ਰ ਮੈਨੂੰ ਕੰਫਰਟ ਕਰ ਤਾਂ ਕਿ ਮੈਂ ਖੁਦ ਬਣਾ ਲਵਾਂਗਾ, ਮੈਂ ਵੇਟ ਕਰ ਲਵਾਂਗਾ, ਪਰ ਮੈਂ ਇਸ ਅਧਿਕਾਰ ਨੂੰ ਨਹੀਂ ਵੇਚਾਂਗਾ। ਉਹਨੇ ਕਿਹਾ, ਮੈਨੂੰ ਪਹਿਲੌਠੇ ਹੋਣ ਦਾ, ਵੱਡੇ ਹੋਣ ਦਾ ਮੈਨੂੰ ਕੀ ਫਾਇਦਾ ਜੇ ਮੈਂ ਭੁੱਖਾ ਹੀ ਮਰ ਗਿਆ ਤਾਂ? ਕਿ ਅੱਜ ਅਸੀਂ ਵੀ ਉਹੀ ਤਾਂ ਨਹੀਂ ਕਰ ਰਹੇ? ਅਸੀਂ ਆਪਣੀਆਂ ਜ਼ਰੂਰਤਾਂ ਦੇ ਲਈ, ਮੈਨੂੰ ਕੀ ਫਾਇਦਾ ਪਰਮੇਸ਼ਰ ਨਾਲ ਟਾਈਮ ਸਪੈਂਡ ਕਰਨ ਦਾ ਜੇ ਮੈਂ ਅੱਜ ਆਪਣੇ ਕੰਮ ਤੇ ਜਾ ਕੇ ਉਸ ਮਨੀ ਨੂੰ ਹੀ ਗੇਨ ਨਾ ਕਰ ਸਕਿਆ, ਜਾਂ ਮੈਨੂੰ ਅੱਜ ਲਾਸ ਹੋ ਜਾਏਗਾ, ਮੈਨੂੰ ਸੰਡੇ ਨੂੰ ਵੀ ਕੰਮ ਕਰਨਾ ਜ਼ਰੂਰੀ ਹੈ, ਨਹੀਂ ਤਾਂ ਮੈਨੂੰ ਲਾਸ ਹੋ ਜਾਏਗਾ। ਕਿ ਅਸੀਂ ਉਸ ਈਸਾਵ ਦੀ ਤਰ੍ਹਾਂ ਉਸ ਪਹਿਲੌਠੇਪਨ ਨੂੰ ਵੇਚ ਤਾਂ ਨਹੀਂ ਰਹੇ? ਬਾਈਬਲ ਕਹਿੰਦੀ ਪਰਮੇਸ਼ਰ ਸਾਨੂੰ ਕੰਫਰਟਰ ਦੇ ਸਕਦਾ, ਪਰ ਉਹ ਦੇਖਦਾ ਕਿ ਅਸੀਂ ਕਿੰਨੇ ਵਫਾਦਾਰ ਹਾਂ ਉਹਦੇ ਲਈ। ਅਸਮਾਨ ਤੋਂ ਕੋਈ ਆਵਾਜ਼ ਨਹੀਂ ਆਈ ਈਸਾਵ ਦੇ ਲਈ ਕਿ ਰੁਕ ਜਾ, ਮੈਂ ਤੇਰੇ ਲਈ ਇੱਕ ਹੋਰ ਵਧੀਆ ਭੋਜਨ ਦਾ ਇੰਤਜ਼ਾਮ ਕਰਾਂਗਾ, ਮੈਂ ਤੈਨੂੰ ਦਵਾਂਗਾ, ਪਰ ਤੂੰ ਵੇਟ ਕਰ। ਨੋ, ਇਹ ਉਹਦੇ ਡਿਸੀਜ਼ਨ ਤੇ ਡਿਪੈਂਡ ਕਰਦਾ ਸੀ। ਕਿ ਅੱਜ ਅਸੀਂ ਯਿਸੂ ਮਸੀਹ ਨੂੰ, ਉਸ ਕੰਫਰਟਰ ਦੇ ਬਾਰੇ ਅਸੀਂ ਪ੍ਰਾਰਥਨਾ ਕਰਦੇ ਹਾਂ, ਪਰਮੇਸ਼ਰ ਮੇਰੀ ਲਾਈਫ ਦੀਆਂ ਟਰਬਲਸ ਨੇ, ਮੈਨੂੰ ਕੰਫਰਟਰ ਦੇ। ਤੁਸੀਂ ਕਿਹਾ ਸੀ ਮੈਂ ਪਿਤਾ ਕੋਲ ਜਾਵਾਂਗਾ, ਤੈਨੂੰ ਇੱਕ ਕੰਫਰਟਰ ਦੇਵਾਂਗਾ ਜੋ ਤੇਰੇ ਵਿੱਚ ਰਹੇਗਾ। ਕੀ ਅਸੀਂ ਉਸ ਕੰਫਰਟਰ ਨੂੰ ਲੈਣ ਦੇ ਵਾਸਤੇ ਅਸੀਂ ਉਹ ਕੰਮ ਨੂੰ ਕਰਦੇ ਹਾਂ? ਮੈਂ ਤੁਹਾਨੂੰ ਦੱਸਿਆ ਕਿ ਕਿਸ ਤਰ੍ਹਾਂ ਆਦਮ ਕੰਮ ਕਰ ਰਿਹਾ ਸੀ। ਕੰਮ ਕਰਨਾ ਮੀਨਸ ਆਪਣੀਆਂ ਚੀਜ਼ਾਂ ਦਾ ਕੰਟਰੋਲ ਦੇ ਹੱਥ 'ਚ ਦੇਣਾ, ਪ੍ਰਾਰਥਨਾ ਕਰਨਾ, ਆਰਾਧਨਾ ਕਰਨਾ, ਪਰਮੇਸ਼ਰ ਦੇ ਨਾਲ ਜੁੜੇ ਰਹਿਣਾ, ਵਚਨ ਨੂੰ ਪੜ੍ਹਨਾ, ਉਹਦੇ ਭਵਨ 'ਚ ਆਉਣਾ। ਅੱਜ ਇਤਵਾਰ ਜੋ ਕਿ ਹਫਤੇ ਦਾ ਪਹਿਲਾ ਦਿਨ ਹੈ, ਉਹ ਪਰਮੇਸ਼ਵਰ ਦੇ ਲਈ ਹੋਣਾ ਚਾਹੀਦਾ, ਪਰ ਅਸੀਂ ਉਹਦੇ ਵਿੱਚ ਵੀ ਆਪਣੇ ਕੰਮ ਨੂੰ ਹੀ ਕਰ ਰਹੇ ਹਾਂ। ਅਸੀਂ ਪਰਮੇਸ਼ਰ ਨੂੰ ਇਹ ਦੱਸ ਰਹੇ ਹਾਂ ਕਿ ਪਹਿਲੌਠਾ ਹੋਣਾ, ਪਹਿਲੇਪਨ ਦਾ ਅਧਿਕਾਰ ਅਸੀਂ ਵੇਚ ਦੇਵਾਂਗੇ
ਪਰ ਅਸੀਂ ਭੁੱਖੇ ਨਹੀਂ ਮਰਨਾ ਚਾਹੁੰਦੇ। जद कि परमेश्वर ने कहा कि तू अगर पहलाठा होएगा तो बाकियां तो ज़्यादा ब्लैस होएगा। हालेलुया। ਅਸੀਂ ਕੀ ਕਰ ਰਹੇ ਹਾਂ? ਕਿ ਅਸੀਂ ਕੰਮ ਕਰ ਰਹੇ ਹਾਂ? ਕਿ ਅਸੀਂ ਅਜਿਹਾ ਕੁਝ ਕਰ ਰਹੇ ਹਾਂ ਜਿਹਦੇ ਨਾਲ ਪਰਮੇਸ਼ਵਰ ਦੇਖੇ ਤੇ ਸਾਡੇ ਲਈ ਇੱਕ ਸਹਾਇਕ ਨੂੰ ਬਣਾਏ? ਕਿ ਅਸੀਂ ਆਪਣੀ ਹੀ ਦੌੜ ਦੇ ਵਿੱਚ ਲੱਗੇ ਹੋਏ ਹਾਂ ਕਿ ਅਸੀਂ ਆਪਣੇ ਆਪ ਫਿਕਸ ਕਰ ਲਵਾਂਗੇ, ਸਾਨੂੰ ਸੰਡੇ ਨੂੰ ਕੰਮ ਵੀ ਕਰਨਾ, ਅਸੀਂ ਬਾਕੀ ਚੀਜ਼ਾਂ ਵੀ ਕਰਨੀਆਂ, ਪਰ ਪਰਮੇਸ਼ਵਰ ਦੇ ਲਈ ਕੋਈ ਟਾਈਮ ਨਹੀਂ। ਕਿਉਂ? ਕਿਉਂਕਿ ਅਸੀਂ ਆਪਣੇ ਆਪ ਹੀ ਕਰ ਲਵਾਂਗੇ। ਜੇ ਆਦਮ ਵੀ ਇਸ ਤਰ੍ਹਾਂ ਹੁੰਦਾ, ਮੈਂ ਸੱਚ ਕਹਿੰਦਾ ਉਹਨੂੰ ਸਹਾਇਕ ਕਦੇ ਨਾ ਮਿਲ ਸਕਦਾ, ਪਰ ਉਹ ਪਰਮੇਸ਼ਵਰ ਦਾ ਕੰਮ ਕਰ ਰਿਹਾ ਸੀ। ਏਸਾਵ ਨੇ ਆਪਣੇ ਤਰੀਕੇ ਨਾਲ ਚੀਜ਼ਾਂ ਨੂੰ ਫਿਕਸ ਕਰਨ ਦੀ ਟਰਾਈ ਕੀਤੀ, ਪਹਿਲਾਠੇਪਨ ਦਾ ਅਧਿਕਾਰ ਵੇਚ ਦਿੱਤਾ। ਉਹਨੇ ਵੇਚ ਦਿੱਤਾ ਉਹ ਅਧਿਕਾਰ ਜੋ ਪਰਮੇਸ਼ਰ ਨੇ ਉਹਨੂੰ ਦਿੱਤਾ ਸੀ। ਅੱਜ ਤੁਹਾਨੂੰ ਤੇ ਮੈਨੂੰ ਪਰਮੇਸ਼ਰ ਨੇ ਇੱਕ ਅਧਿਕਾਰ ਦਿੱਤਾ, ਸਾਨੂੰ ਪਰਮੇਸ਼ਰ ਨੇ ਅਥਾਰਟੀ ਦਿੱਤੀ ਹੈ ਆਪਣੀ ਲਾਈਫ ਦੇ ਉੱਤੇ, ਆਪਣੇ ਲਾਈਫ ਸਟਾਈਲ ਦੇ ਉੱਤੇ, ਕਿ ਅਸੀਂ ਇਸ ਲਾਈਫ ਨੂੰ, ਇਸ ਲਾਈਫ ਸਟਾਈਲ ਨੂੰ ਪਰਮੇਸ਼ਰ ਨਾਲ ਜੋੜ ਕੇ ਰੱਖਦੇ ਹਾਂ। ਕੀ ਅਸੀਂ ਪਰਮੇਸ਼ਰ ਨੂੰ ਪ੍ਰਾਰਥਨਾ ਕਰਦੇ ਹਾਂ ਆਪਣੇ ਔਖੇ ਟਾਈਮ ਦੇ ਵਿੱਚ ਕਿ ਸਾਨੂੰ ਇੱਕ ਸਹਾਇਕ ਦੇ, ਇੱਕ ਡਿਵਾਈਨ ਹੈਲਪਰ ਦੇ, ਜਿਹੜਾ ਇਹਦੇ ਵਿੱਚੋਂ ਕੱਢੇ, ਪਰ ਅਸੀਂ ਤੇਰਾ ਰਸਤਾ ਨਹੀਂ ਛੱਡਾਂਗੇ। ਅੱਜ ਥੋੜ੍ਹਾ ਜਿਹਾ ਔਖਾ ਟਾਈਮ ਆ ਜਾਏ, ਅਸੀਂ ਪਰਮੇਸ਼ਰ ਨੂੰ ਹੀ ਕੰਪਲੇਂਟ ਕਰਨ ਲੱਗਦੇ ਹਾਂ। ਕੀ ਤੈਨੂੰ ਦਿਖਦਾ ਨਹੀਂ? ਕੀ ਤੈਨੂੰ ਸੁਣਦਾ ਨਹੀਂ? ਕੀ ਤੈਨੂੰ ਪਤਾ ਨਹੀਂ ਲੱਗਦਾ? ਤੂੰ ਮੇਰੀ ਪ੍ਰਾਰਥਨਾ ਨਹੀਂ ਸੁਣਦਾ, ਤੂੰ ਮੈਨੂੰ ਬਿਮਾਰੀ ਤੋਂ ਹੀਲ ਨਹੀਂ ਕਰਦਾ, ਤੂੰ ਮੇਰੀ ਟਰਬਲ ਚੋਂ ਨਹੀਂ ਕੱਢਦਾ। ਯਾਦ ਰੱਖੋ, ਬਾਈਬਲ ਕਹਿੰਦੀ ਜਿਹਨੇ ਤੁਹਾਡੀਆਂ ਅੱਖਾਂ ਬਣਾਈਆਂ ਉਹਦੀਆਂ ਅੱਖਾਂ ਹੈ ਇਸ ਲਈ ਤੁਹਾਡੀਆਂ ਬਣਾਈਆਂ। ਜਿਹਨੇ ਤੁਹਾਡੇ ਕੰਨ ਬਣਾਏ ਉਹਦੇ ਕੰਨ ਹੈ ਇਸ ਲਈ ਤੁਹਾਡੇ ਕੰਨ ਬਣਾਏ ਗਏ। ਇਹਦਾ ਮਤਲਬ ਉਹ ਆਪਣੀਆਂ ਅੱਖਾਂ ਨਾਲ ਤੁਹਾਨੂੰ ਦੇਖ ਵੀ ਰਿਹਾ ਤੇ ਆਪਣੇ ਕੰਨਾਂ ਨਾਲ ਤੁਹਾਡੀ ਹਰ ਸਿਚੁਏਸ਼ਨ ਨੂੰ ਸੁਣ ਵੀ ਰਿਹਾ, ਤੁਹਾਡੀ ਪ੍ਰਾਰਥਨਾ ਨੂੰ ਸੁਣ ਵੀ ਰਿਹਾ। ਪਰ ਤੁਹਾਡੀ ਪ੍ਰਾਰਥਨਾ ਹੈ ਕਿਸ ਤਰ੍ਹਾਂ? ਤੁਹਾਡੀ ਪ੍ਰਾਰਥਨਾ ਕੰਪਲੇਂਟ ਨਾਲ ਭਰੀ ਹੋਈ ਹੈ, ਜਾਂ ਜਿਵੇਂ ਮੈਂ ਤੁਹਾਨੂੰ ਦੱਸਿਆ, ਕਿਹਾ ਜਾਂਦਾ ਸੀ ਰਾਜਾ ਤੂੰ ਯੁਗਨ ਯੁਗਾਨ ਜੀਵਿਤ ਰਵੇਂ, ਰਾਜਾ ਤੇਰਾ ਰਾਜ ਸਦਾ ਬਣਿਆ ਰਵੇ। ਉਹਨੂੰ ਪ੍ਰੇਜ਼ ਕਰਕੇ ਰਾਜੇ ਕੋਲ ਜਾ ਕੇ ਜਦੋਂ ਉਹਨੂੰ ਖੁਸ਼ ਕਰਦੇ ਸੀ, ਫਿਰ ਰਾਜਾ ਪੁੱਛਦਾ ਸੀ ਇਹਨੂੰ ਪੁੱਛੋ ਇਹਨੂੰ ਕੀ ਚਾਹੀਦਾ। ਤੇ ਇੱਕ ਬੰਦਾ ਜਾ ਕੇ ਕੰਪਲੇਂਟ ਕਰਦਾ, ਰਾਜਾ ਮੇਰੇ ਨਾਲ ਇਦਾਂ ਹੋ ਗਿਆ, ਮੈਨੂੰ ਤਾਂ ਇਹ ਨਹੀਂ ਮਿਲਦਾ, ਤੂੰ ਮੇਰੇ ਤੇ ਇਹ ਕਰਤਾ। ਰਾਜਾ ਉਹਦੀ ਗੱਲ ਵੀ ਨਹੀਂ ਸੁਣੇਗਾ, ਉਸ ਤੋਂ ਜਾਣ ਤੋਂ ਪਹੁੰਚਣ ਤੋਂ ਪਹਿਲਾਂ ਹੀ ਉਹਦੇ ਹੀ ਲੋਕ ਉਹਨੂੰ ਬਾਹਰ ਕੱਢ ਦੇਣਗੇ। ਜੇ ਇੱਕ ਦੁਨਿਆਵੀ ਰਾਜਾ ਕੰਪਲੇਂਟ ਬਰਦਾਸ਼ਤ ਨਹੀਂ ਕਰਦਾ, ਸਵਰਗ 'ਚ ਜਿਹੜਾ ਰਾਜਿਆਂ ਦੇ ਰਾਜਾ, ਤੁਹਾਨੂੰ ਕੀ ਲੱਗਦਾ ਕਿ ਤੁਹਾਡੀ ਕੰਪਲੇਂਟ ਨਾਲ ਖੁਸ਼ ਹੋ ਜਾਏਗਾ? ਇਬਰਾਨੀਆਂ ਦਾ ਖੱਤ ਕਹਿੰਦਾ ਬਾਅਦ ਦੇ ਵਿੱਚ ਰੋਣ ਤੋਂ ਬਾਅਦ ਵੀ, ਆਂਸੂ ਵਹਾਉਣ ਤੋਂ ਬਾਅਦ ਵੀ ਉਹਨੂੰ ਮਨ ਫਿਰਾਵ ਦਾ ਅਵਸਰ ਨਹੀਂ ਮਿਲਿਆ। ਯਾਦ ਰੱਖੋ, ਪਰਮੇਸ਼ਵਰ ਤੁਹਾਨੂੰ ਬਹੁਤ ਪ੍ਰੇਮ ਕਰਦੇ ਨੇ। ਉਹ ਤੁਹਾਡਾ ਸਹਾਇਕ, ਤੁਹਾਡਾ ਹੈਲਪਰ, ਕੰਫਰਟਰ ਤੁਹਾਡੇ ਵਿੱਚੋਂ ਕੱਢ ਸਕਦੇ ਨੇ, ਪਰ ਕੀ ਤੁਸੀਂ ਉਹਦੇ ਲਈ ਅੱਜ ਉਹਦਾ ਕੰਮ ਕਰ ਰਹੇ ਹੋ? ਕੰਪਲੇਂਟ ਕਰਨਾ ਪਰਮੇਸ਼ਰ ਨੂੰ ਪਸੰਦ ਨਹੀਂ ਹੈ। ਪੌਲੁਸ ਕਹਿੰਦਾ ਹਰ ਸਮੇਂ ਆਨੰਦਿਤ ਰਹੋ, ਹਰ ਸਮੇਂ ਪਰਮੇਸ਼ਰ ਨੂੰ ਧੰਨਵਾਦ ਕਰੋ, ਪਰ ਪ੍ਰਾਰਥਨਾ ਦੇ ਨਾਲ ਅਸੀਂ ਉਹਦੇ ਸਾਹਮਣੇ ਆਪਣੀਆਂ ਭੇਂਟਾਂ ਮੀਨਸ ਆਪਣੀਆਂ ਪ੍ਰਾਰਥਨਾਵਾਂ, ਆਪਣੀਆਂ ਲੋੜਾਂ, ਆਪਣੀਆਂ ਜ਼ਰੂਰਤਾਂ ਰੱਖੀਏ। ਬਾਈਬਲ ਪ੍ਰੋਮਿਸ ਕਰਦੀ ਹੈ ਇਸ ਗੱਲ ਦਾ ਕਿ ਤੇਰੀ ਹਰ ਲੋੜ ਨੂੰ ਉਹ ਪੂਰੀ ਕਰੇਗਾ। ਉਹਦੇ ਲਈ ਸਾਨੂੰ ਚਿੰਤਾ ਕਰਨ ਦੀ ਲੋੜ ਨਹੀਂ। ਏਸਾਵ ਭੁੱਖਾ ਨਹੀਂ ਮਰਦਾ ਜੇ ਉਸ ਟਾਈਮ ਉਹ ਕੰਪਰੋਮਾਈਜ਼ ਨਹੀਂ ਕਰਦਾ, ਪਰ ਉਹਨੂੰ ਲੱਗਿਆ ਮੈਂ ਭੁੱਖਾ ਮਰ ਜਾਵਾਂਗਾ, ਇਸ ਲਈ ਉਹਨੇ ਆਪਣਾ ਅਧਿਕਾਰ ਵੇਚ ਦਿੱਤਾ। ਪਰਮੇਸ਼ਵਰ ਸਾਨੂੰ ਸਹਾਇਕ ਦਿੰਦਾ ਹੈ, ਪਰਮੇਸ਼ਵਰ ਸਾਨੂੰ ਹੈਲਪਰ ਦਿੰਦਾ ਹੈ, ਪਰਮੇਸ਼ਵਰ ਸਾਨੂੰ ਕੰਫਰਟਰ ਦਿੰਦਾ, ਪਰ ਉਹ ਕਈ ਵਾਰ ਦੇਖਦਾ ਕਿ ਸਾਡਾ ਡਿਸੀਜ਼ਨ ਕੀ ਹੈ। ਛੋਟਾ ਜਿਹਾ ਝੂਠ ਜਿਹੜਾ ਅਸੀਂ ਨਹੀਂ ਵੀ ਬੋਲਾਂਗੇ ਤਾਂ ਵੀ ਕੋਈ ਫਰਕ ਨਹੀਂ ਪਏਗਾ, ਪਰ ਫਿਰ ਵੀ ਅਸੀਂ ਬੋਲਦੇ ਹਾਂ। ਸਾਨੂੰ ਮੌਕਾ ਮਿਲੇ ਕਿਸੇ ਚੀਜ਼ ਨੂੰ ਚੁਰਾਉਣ ਦਾ, ਚੀਟਿੰਗ ਕਰਨ ਦਾ, ਕਿ ਅਸੀਂ ਉਹਨੂੰ ਕਰਦੇ ਹਾਂ ਜਾਂ ਛੱਡ ਦਿੰਦੇ ਹਾਂ, ਕਿ ਅਸੀਂ ਪਰਮੇਸ਼ਰ ਦਾ ਡਰ ਭੈ ਆਪਣੀ ਲਾਈਫ 'ਚ ਰੱਖਦੇ ਹਾਂ। ਅੱਜ ਇੱਕ ਜਗ੍ਹਾ ਤੇ ਜਿੱਥੇ CCTV ਕੈਮਰਾ ਲੱਗਿਆ ਤੇ ਤੁਹਾਨੂੰ ਪਤਾ ਉਹ ਕੈਮਰਾ ਕੰਮ ਕਰ ਰਿਹਾ, ਤੁਸੀਂ ਕਦੇ ਉੱਥੇ ਚੋਰੀ ਨਹੀਂ ਕਰੋਗੇ। ਕਿਉਂ? ਕਿਉਂਕਿ ਤੁਹਾਨੂੰ ਪਤਾ ਤੁਹਾਨੂੰ ਵਾਚ ਕੀਤਾ ਜਾ ਰਿਹਾ। ਇੱਕ ਜਗ੍ਹਾ ਤੇ ਜਿੱਥੇ ਕੋਈ ਨਹੀਂ ਦਿਖਦਾ, ਕਿ ਉੱਥੇ ਵੀ ਤੁਸੀਂ ਉਨੇ ਹੀ ਇਮਾਨਦਾਰ ਹੋ, ਕਿਉਂਕਿ ਸਵਰਗ ਦੇ ਵਿੱਚੋਂ ਇੱਕ CCTV ਕੈਮਰਾ ਤੁਹਾਨੂੰ ਵਾਚ ਕਰ ਰਿਹਾ, ਜਿਹੜਾ ਕਦੇ ਲੁਕਦਾ ਨਹੀਂ ਹੈ। ਕਿ ਤੁਸੀਂ ਇਮਾਨਦਾਰ ਹੋ ਜਾਂ ਏਸਾਵ ਦੀ ਤਰ੍ਹਾਂ ਤੁਹਾਨੂੰ ਲੱਗਦਾ ਕਿ ਨਹੀਂ ਮੇਰੀ ਲਾਈਫ ਖਤਮ ਹੋ ਜਾਏਗੀ ਜੇ ਮੈਂ ਨਾ ਕੀਤਾ, ਜੇ ਮੈਂ ਝੂਠ ਨਹੀਂ ਬੋਲਾਂਗਾ, ਜੇ ਮੈਂ ਚੋਰੀ ਨਹੀਂ ਕਰਾਂਗਾ, ਜੇ ਮੈਂ ਚੀਟ ਨਹੀਂ ਕਰਾਂਗਾ ਤਾਂ ਮੈਂ ਸਰਵਾਈਵ ਨਹੀਂ ਕਰ ਸਕਦਾ। ਜੇ ਤੁਹਾਡੀ ਲਾਈਫ ਇਦਾਂ ਦੀ ਹੈ ਤਾਂ ਪਰਮੇਸ਼ਰ ਦਾ ਕਲਾਮ ਅੱਜ ਤੁਹਾਨੂੰ ਕਹਿ ਰਿਹਾ ਕਿ ਨਾ ਡਰ, ਨਾ ਘਬਰਾ, ਨਾ ਚਿੰਤਾ ਕਰ, ਸਿਰਫ ਮੇਰੇ ਤੇ ਭਰੋਸਾ ਰੱਖ। ਮੈਂ ਤੇਰਾ ਕੰਫਰਟਰ ਤੇਰੇ ਵਿੱਚੋਂ ਕੱਢਣ ਦੀ ਤਾਕਤ ਰੱਖਦਾ। ਜਿਹਨੇ ਆਦਮ ਦੇ ਵਿੱਚੋਂ ਹਵਾ ਨੂੰ ਬਣਾਇਆ, ਸਾਰੀ ਦੁਨੀਆ ਸਭ ਚੀਜ਼ਾਂ ਦਾ ਅਧਿਕਾਰ ਉਹਨੂੰ ਦੇ ਕੇ ਕਿਹਾ ਜਾਓ ਵਧੋ ਫੁੱਲੋ ਤੇ ਭਰ ਜਾਓ, ਕੀ ਉਹ ਤੁਹਾਡੀ ਸੋਲੂਸ਼ਨ, ਤੁਹਾਡੇ ਹੱਲ ਨੂੰ ਤੁਹਾਨੂੰ ਨਹੀਂ ਦੇਗਾ?
ਕੀ ਤੁਹਾਡੀ ਪ੍ਰੋਬਲਮ ਨੂੰ ਉਹ ਤੁਹਾਡੇ ਉੱਤੇ ਇਦਾਂ ਹੀ ਬਣੇ ਰਹਿਣ ਦੇਗਾ? ਨਹੀਂ, ਕਿਉਂਕਿ ਬਾਈਬਲ ਕਹਿੰਦੀ ਦੁਸ਼ਟ ਦਾ ਡੰਡਾ ਧਰਮੀ ਦੇ ਉੱਤੇ ਹਮੇਸ਼ਾ ਬਣਿਆ ਨਹੀਂ ਰਹਿ ਸਕਦਾ। ਹਾਲੇਲੂਇਆ। ਮੇਰੇ ਭੈਣੋ ਤੇ ਮੇਰੇ ਭਰਾਵੋ, ਮੈਂ ਤੁਹਾਨੂੰ ਦੱਸਣਾ ਚਾਹੁੰਦਾ, ਪਰਮੇਸ਼ਵਰ ਤੁਹਾਨੂੰ ਚਾਂਸ ਦਿੰਦਾ ਹੈ, ਪਰਮੇਸ਼ਵਰ ਤੁਹਾਨੂੰ ਅਧਿਕਾਰ ਦਿੰਦਾ ਹੈ। ਤੁਹਾਡਾ ਡਿਸੀਜ਼ਨ ਇਹ ਡਿਸਾਈਡ ਕਰਦਾ ਕਿ ਤੁਹਾਡੀ ਲਾਈਫ ਦਾ ਕੰਫਰਟੇਬਲ ਆਏਗਾ ਜਾਂ ਤੁਸੀਂ ਆਪਣਾ ਅਧਿਕਾਰ ਹਿਸਾਬ ਦੀ ਤਰ੍ਹਾਂ ਵੇਚ ਦੋਗੇ। ਕੁਛ ਵੀ ਆਪਣੇ ਆਪ ਨਹੀਂ ਹੋਏਗਾ। ਪਰਮੇਸ਼ਵਰ ਨੇ ਹੀ ਜੇ ਸਭ ਕੁਝ ਕਰਨਾ ਹੋਇਆ ਤਾਂ ਫਿਰ ਉਹ ਕਿਸ ਚੀਜ਼ ਦਾ ਹਿਸਾਬ ਲਏਗਾ ਉਸ ਦਿਨ ਜਦੋਂ ਨਿਆਂ ਕੀਤਾ ਜਾਏਗਾ। ਉਹਨੇ ਚਾਂਸ ਦਿੱਤਾ ਆਦਮ ਨੂੰ, ਆਦਮ ਕੰਮ ਕਰਨ ਲੱਗਿਆ, ਉਹਨੇ ਸਹਾਇਕ ਨੂੰ ਦੇ ਦਿੱਤਾ। ਉਹਨੇ ਚਾਂਸ ਦਿੱਤਾ ਇਸਾਵ ਨੂੰ, ਉਹਨੇ ਕੰਪਰੋਮਾਈਜ਼ ਕੀਤਾ, ਅਧਿਕਾਰ ਵੇਚ ਦਿੱਤਾ। ਤੇ ਬਾਈਬਲ ਕਹਿੰਦੀ ਆਂਸੂ ਬਹਾਨਾ, ਰੋਣਾ ਮੀਨਸ ਬਾਅਦ 'ਚ ਉਹਨੂੰ ਪਛਤਾਵਾ ਹੋਇਆ ਹੋਏਗਾ, ਪਰ ਪਰਮੇਸ਼ਰ ਨੇ ਕਿਹਾ ਇਹ ਜੋ ਤੂੰ ਕੀਤਾ ਇਹ ਮਾਫ ਕਰਨ ਦੇ ਲਾਇਕ ਨਹੀਂ। ਪਰ ਅੱਜ ਸਾਡੇ ਕੋਲ ਇਹ ਗੁੱਡ ਨਿਊਜ਼ ਹੈ ਕਿ ਯੀਸ਼ੂ ਮਸੀਹ ਸਾਨੂੰ ਮਾਫ ਕਰਦਾ, ਸਾਨੂੰ ਪਿਆਰ ਕਰਦਾ, ਸਾਡੇ ਗੁਨਾਹਾਂ ਨੂੰ ਉਹ ਮਾਫ ਕਰਨ ਦੀ ਤਾਕਤ ਰੱਖਦਾ। ਡਿਸੀਜ਼ਨ ਇਜ਼ ਆਵਰਸ। ਹਾਲੇਲੂਇਆ। ਮੇਰਾ ਵਿਸ਼ਵਾਸ ਹੈ ਵਚਨ ਤੁਹਾਡੀ ਲਾਈਫ 'ਚ ਕੰਮ ਕਰਨਗੇ। ਆਓ ਅਸੀਂ ਸਾਰੇ ਮਿਲ ਕੇ ਆਪਣੇ ਸਿਰਾਂ ਨੂੰ ਝੁਕਾਉਂਦੇ ਹਾਂ, ਅਸੀਂ ਪ੍ਰਾਰਥਨਾ ਕਰਦੇ ਹਾਂ ਤੇ ਮੇਰਾ ਵਿਸ਼ਵਾਸ ਹੈ ਕਿ ਤੁਸੀਂ ਇਹਨਾਂ ਵਚਨਾਂ ਦੇ ਨਾਲ ਇੱਕ ਨਵੇਂ ਲੈਵਲ ਤੇ ਹੋਵੋਗੇ। ਸਰਵ ਸ਼ਕਤੀਮਾਨ ਪਰਮੇਸ਼ਵਰ ਯੀਸ਼ੂ ਮਸੀਹ ਨਾਸਰੀ, ਮੈਂ ਤੁਹਾਡਾ ਧੰਨਵਾਦ ਕਰਦਾ, ਤੁਸੀਂ ਇਹ ਮੌਕਾ ਸਾਨੂੰ ਦਿੱਤਾ ਖੁਦਾਵੰਦ। ਜਿਵੇਂ ਤੁਸੀਂ ਆਦਮ ਦੇ ਵਿੱਚੋਂ ਉਹਦਾ ਸਹਾਇਕ ਕੱਢਿਆ, ਜਿਵੇਂ ਖੁਦਾਵੰਦ ਤੁਸੀਂ ਉਹਨੂੰ ਹੈਲਪ ਕੀਤੀ ਜਦੋਂ ਤੁਹਾਡਾ ਕੰਮ ਕਰ ਰਹੇ ਸੀ, ਅੱਜ ਦੇਖਣ ਵਾਲੇ ਮੇਰੇ ਹਰ ਇੱਕ ਭੈਣ ਭਰਾ, ਬੱਚੇ, ਬਜ਼ੁਰਗ ਲਈ ਮੈਂ ਪ੍ਰਾਰਥਨਾ ਕਰਦਾ ਇਹਨਾਂ ਦਾ ਹੈਲਪ ਕਰਨ ਦੇ ਵਿੱਚੋਂ ਦੀ ਨਿਕਲੇ ਖੁਦਾਵੰਦ। ਪਵਿੱਤਰ ਆਤਮਾ ਹਰ ਇੱਕ ਨਾਲ ਗੱਲ ਕਰੇ ਤਾਂ ਜਿਹਨਾਂ ਨੂੰ ਕਾਇਲ ਕਰੇ ਖੁਦਾਵੰਦ, ਆਪਣੇ ਪਾਪਾਂ ਤੋਂ ਮਨ ਫਿਰਾਣ, ਆਪਣਾ ਕੰਫਰਟਰ ਲੈ ਸਕਣ, ਤੁਹਾਨੂੰ ਆਪਣਾ ਉद्धारकर्ता ਗ੍ਰਹਿਣ ਕਰ ਸਕਣ। ਯੀਸ਼ੂ ਮਸੀਹ ਨਾਸਰੀ ਸਾਡੇ ਲਈ ਮਰ ਗਿਆ, ਜੀ ਉੱਠਿਆ ਤੇ ਸਭ ਚੀਜ਼ਾਂ ਨੂੰ ਉਹਨੇ ਪੂਰਾ ਕੀਤਾ ਖੁਦਾਵੰਦ। ਜਿਸ ਚੀਜ਼ ਦੇ ਉੱਤੇ ਇਹ ਇਕਰਾਰ ਕਰ ਸਕਣ ਤਾਂ ਕਿ ਉਹ ਹੈਲਪਰ ਇਹਨਾਂ ਦੀ ਜ਼ਿੰਦਗੀ 'ਚ ਐਂਟਰ ਹੋ ਸਕੇ। ਖੁਦਾਵੰਦ ਮੈਂ ਪ੍ਰਾਰਥਨਾ ਕਰਦਾ ਅਗਰ ਕੋਈ ਵੀ ਜਨ ਬਿਮਾਰ ਹੈ, ਕਮਜ਼ੋਰ ਹੈ, ਜੋ ਮੈਨੂੰ ਦੇਖ ਰਿਹਾ, ਯੀਸ਼ੂ ਮਸੀਹ ਦੇ ਨਾਮ 'ਚ ਇਸ ਵਕਤ ਉਹ ਮੇਰੀ ਇਸ ਪ੍ਰਾਰਥਨਾ ਦੀ ਆਵਾਜ਼ ਨੂੰ ਸੁਣੇ, ਉਹਦੀ ਬਿਮਾਰੀ ਉਹਨੂੰ ਛੱਡੇ ਤੇ ਉੱਠ ਕੇ ਖੜਾ ਹੋ ਜਾਏ ਤੇ ਖੁਦਾਵੰਦ ਹੀਲਿੰਗ ਉਹਦੀ ਲਾਈਫ ਦਾ ਹਿੱਸਾ ਹੋਏ। ਯੀਸ਼ੂ ਮਸੀਹ ਦੇ ਸਾਮਰਥੀ ਨਾਮ 'ਚ ਅਸੀਂ ਮੰਗਦੇ, ਆਮੀਨ। ਹਾਲੇਲੂਇਆ। ਸੋ ਮੈਂ ਤੁਹਾਡਾ ਸਾਰਿਆਂ ਦਾ ਧੰਨਵਾਦ ਕਰਦਾ ਇਸ ਵਕਤ ਦੇ ਲਈ। ਮੈਂ ਤੁਹਾਨੂੰ ਦੱਸਣਾ ਚਾਹਨਾ, ਜੇ ਤੁਸੀਂ ਇਨ ਪਰਸਨ ਚਰਚ ਦੇ ਵਿੱਚ ਆ ਕੇ ਸਰਵਿਸ ਅਟੈਂਡ ਕਰਨਾ ਚਾਹੁੰਦੇ ਹੋ, ਹਰ ਇਤਵਾਰ ਦੁਪਹਿਰੇ 1 ਵਜੇ ਅਸੀਂ ਪਰਮੇਸ਼ਰ ਦੇ ਭਵਨ 'ਚ ਮਿਲਦੇ ਹਾਂ। ਐਡਰੈਸ ਤੁਸੀਂ ਜਾਣਦੇ ਹੋ, 660 ਈਸਟ 51st ਐਵਨਿਊ, ਵੈਂਕੂਵਰ BC। ਇਸ ਤੋਂ ਇਲਾਵਾ ਫੇਸਬੁੱਕ ਦੇ ਮਾਧਿਅਮ ਨਾਲ, ਤੁਸੀਂ YouTube ਦੇ ਮਾਧਿਅਮ ਨਾਲ, ਇਸ ਤੋਂ ਇਲਾਵਾ TV ਰੇਡੀਓ ਦੇ ਮਾਧਿਅਮ ਨਾਲ ਵੀ ਤੁਸੀਂ ਸਾਡੇ ਨਾਲ ਜੁੜ ਸਕਦੇ ਹੋ। ਪੋਡਕਾਸਟ ਦੇ ਥਰੂ ਵੀ ਤੁਸੀਂ ਜੁੜ ਸਕਦੇ ਹੋ। ਇਹ ਸਾਰੀ ਇਨਫੋਰਮੇਸ਼ਨ ਦੇ ਲਈ ਤੁਸੀਂ ਸਾਨੂੰ ਕਾਲ ਕਰ ਸਕਦੇ ਹੋ 7788922250, ਜਾਂ ਤੁਸੀਂ ਸਾਡੇ ਫੇਸਬੁੱਕ ਪੇਜ ਦੇ ਉੱਤੇ ਜਾ ਕੇ ਏਸ਼ੀਅਨ ਚਰਚ ਆਫ ਕ੍ਰਾਈਸਟ ਵੈਂਕੂਵਰ BC ਤੁਸੀਂ ਇਸ ਸਾਰੇ ਸਕੈਜੂਲ ਨੂੰ ਲੈ ਸਕਦੇ ਹੋ ਤੇ ਤੁਸੀਂ ਪਰਮੇਸ਼ਰ ਦੇ ਕਲਾਮ ਨੂੰ ਸੁਣ ਸਕਦੇ ਹੋ। ਹਾਲੇਲੂਇਆ। ਸੋ ਅਸੀਂ ਫਿਰ ਮਿਲਾਂਗੇ ਅਗਲੇ ਹਫਤੇ। ਤਦ ਤੱਕ ਲਈ ਤੁਹਾਨੂੰ ਸਾਰਿਆਂ ਨੂੰ ਪ੍ਰੇਜ਼ ਦਾ ਲਾਰਡ, ਜੈ ਮਸੀਹ ਦੀ। ਗॉड ਬlesਸ ਯੂ ਆਲ। ਦੁਨੀਆ 'ਚ ਤੈਨੂੰ ਜੇ ਚੈਨ ਨਹੀਂ ਲੱਗਦਾ, ਦੁਨੀਆ 'ਚ ਤੈਨੂੰ ਜੇ ਚੈਨ ਨਹੀਂ ਲੱਗਦਾ, ਯੀਸ਼ੂ ਕੋਲ ਆਵੇਂ ਤੇ ਚੰਗਾ ਏ।